ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀ। ਘਨ ਹਰ ਬੂੰਦ ਬਸੋਰੋ ਮਾਵਲ। ਕੁਸਮ ਬਸੰਤ ਗਨੰਤ ਨ ਆਵੈ। ਰਾਵ ਸਸ ਕਿਰਨ ਉਦਰ ਸਾਗਰ ਕੋ। ਗੰਗ ਤਰੰਗ ਅੰਤ ਕੋ ਪਾਵੈ। ਰੁਦਰ ਧਿਆਨ ਗਿਆਨ ਸਤਿਗੁਰ ਕੇ। ਕਬ ਜਨ ਭਲ ਉਨੇ ਜੋ ਗਾਵੈ। ਭਲੇ ਅਮਰ ਦਾਸ ਗੁਣ ਤੇਰੇ। ਤੇਰੀ ਉਪਮਾ ਤੋਹਿ ਬਨ ਆਵੈ। ਮੈਂ ਚਾਰੇ ਕੁੰਡਾਂ ਭਾਲੀਆਂ। ਤੁਧ ਜੇ ਵੱਡ ਨਾ ਸਾਈਆਂ। ਮੈਂ ਦਸਹੋ ਮਾਰਗ ਸੰਤੋ। ਕਿਉ ਪ੍ਰਭੂ ਮਿਲਾਈਆ। ਮਨ ਤਨ ਬਲਿਹਾਰੀ ਦਰਸਾਰੀ। ਕੋਟ ਕੋਟ ਬੰਦਨ ਨਮਸਕਾਰਾ। ਵਾਰੰਵਾਰ ਜਾਉ ਲਖਵਾਰੀ। ਪੂਰਨ ਪਿਤ ਗੁਰੂ ਰਾਮ ਹਮਾਰਾ। ਸੱਜਣ ਸੱਚਾ ਪਾਤਸ਼ਾਹ। ਸਿਰ ਸਾਹਾਂਦ ਸਾਹੋ। ਜਿਸ ਪਾਸ ਬੈਠਿਆ ਸੋਹੀਐ। ਸਭਨਾ ਦਾ ਵਿਸਾਹੋ। ਜਿਸ ਪਾਸ ਬੈਠਿਆ ਸੋਹੀਐ। ਸਭਨਾ ਦਾ ਵਿਸਾਹੋ। ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਮਹੱਲਾ ਪਹਿਲਾ। ਘਰ ਤੀਜਾ। ਇਕ ਓੰਕਾਰ ਸਤਿਗੁਰ ਪ੍ਰਸਾਦ। ਆਵੋ ਸੱਜਣਾ ਹਉ ਦੇਖਾ ਦਰਸ਼ਨ ਤੇਰਾ ਰਾਮ। ਘਰ ਆਪਨੜੈ ਖੜੀ ਤੱਕਾ। ਮੈਂ ਮਨ ਚਾਉ ਕਨੇਰਾ ਰਾਮ। ਆਵੋ ਸੱਜਣਾ ਹਉ ਦੇਖਾ ਦਰਸ਼ਨ ਤੇਰਾ ਰਾਮ। ਘਰ ਆਪਨੜੈ ਖੜੀ ਤੱਕਾ। ਮੈਂ ਮਨ ਚਾਉ ਕਨੇਰਾ ਰਾਮ। ਮਨ ਚਾਉ ਕਨੇਰਾ ਸੁਨ ਪ੍ਰਭ ਮੇਰਾ। ਮੈਂ ਤੇਰਾ ਪਰਵਾਸਾ। ਦਰਸ਼ਨ ਦੇਖ ਭਈ ਨਹਿ ਕੇਵਲ। ਜਨਮ ਮਰਨ ਦੁਖ ਨਾਸਾ। ਸਗਲੀ ਜੋਤ ਜਾਤਾ ਤੂੰ ਸੋਈ। ਮਿਲਿਆ ਭਾਏ ਸੁਭਾਏ। ਨਾਨਕ ਸਾਜਨ ਕੋ ਬਲ ਜਾਈਐ।
ਸਾਚ ਮਿਲੇ ਘਰ ਆਏ, ਸਗਲੀ ਜੋਤ ਜਾਤਾ ਤੂੰ ਸੋਈ, ਮਿਲਿਆ ਭਾਏ ਸੁਭਾਏ, ਨਾਨਕ ਸਾਜਨ ਕੋ ਬਲ ਜਾਈਐ, ਸਾਚ ਮਿਲੇ ਘਰ ਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਵਰ ਸ਼ਵਰ ਤਖਤ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੋਢੀ ਸੁਲਤਾਨ ਗੁਰੂ ਗਰੀਬ ਨਿਵਾਜ ਦੀਨ ਦੁਨੀਆ ਦੇ ਮਾਲਕ ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸੱਚਖੰਡ ਪਾਤਸ਼ਾਹੀ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸਾਹਿਬ ਵਿਖੇ ਆਪ ਸਭ ਸੰਗਤ ਜੁੜ ਕਰਕੇ ਸਤਿਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣ ਰਹੇ ਹੋ। ਸਤਿਗੁਰੂ ਨੇ ਕਿਰਪਾ ਕਰਕੇ ਰਹਿਮਤ ਕਰਕੇ ਸਾਡੀ ਝੋਲੀ ਦੇ ਵਿੱਚ ਇਹ ਸੁਭਾਗਿਆ ਸਮਾਂ ਪਾਇਆ ਤਾਂ ਜੋ ਪਾਵਨ ਪਵਿੱਤਰ ਮੁਖਵਾਕ ਦੀ ਸ਼੍ਰੀ ਹੁਕਮਨਾਮੇ ਦੀ ਵਿਚਾਰ ਨੂੰ ਕਰਕੇ ਆਪਣੇ ਜੀਵਨ ਵਿੱਚ ਕ੍ਰਾਂਤੀ ਲਿਆ ਸਕੀਏ। ਆਓ ਰਹਿੰਦੇ ਸਮੇਂ ਨੂੰ ਸਫਲਾ ਕਰੀਏ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਇੱਕ ਵਾਰ ਦੋਵੇਂ ਹੱਥ ਜੋੜ ਕੇ ਸਤਿਗੁਰਾਂ ਨੂੰ ਹਾਜ਼ਰ ਨਾਜ਼ਰ ਜਾਣਦੇ ਹੋਏ ਪ੍ਰੇਮ ਸਹਿਤ ਉਚਾਰਨ ਕਰੀਏ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਮਹਲਾ ਪਹਿਲਾ, ਘਰ ਤੀਜਾ। ਅੱਜ ਦੇ ਪਾਵਨ ਪਵਿੱਤਰ ਮੁਖਵਾਕ ਨੂੰ ਧੰਨ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੀ ਪਾਵਨ ਪਵਿੱਤਰ ਰਸਨਾ ਤੋਂ ਸੂਹੀ ਰਾਗ ਦੇ ਅੰਦਰ ਉਚਾਰਨ ਕਰਦੇ ਨੇ। ਗੁਰਮਤ ਸੰਗੀਤ ਦੀ ਮਰਿਆਦਾ ਮੁਤਾਬਕ ਸੂਹੀ ਰਾਗ ਦੇ ਤੀਜੇ ਘਰ ਦੇ ਵਿੱਚ ਗਾਉਣ ਦੀ ਹਦਾਇਤ ਕੀਤੀ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਸ ਅਕਾਲ ਪੁਰਖ ਵਾਹਿਗੁਰੂ ਦਾ ਮੰਗਲ ਕਰਦੇ ਹੋਏ ਦੱਸਦੇ ਨੇ ਕਿ ਭਾਈ ਪਰਮਾਤਮਾ ਅਕਾਲ ਪੁਰਖ ਇੱਕ ਹੈ, ਸੰਸਾਰ ਦੀ ਉਤਪਤੀ ਕਰ ਰਿਹਾ ਹੈ, ਪਾਲਣਾ ਕਰ ਰਿਹਾ ਹੈ, ਅਖੀਰ ਸੰਸਾਰ ਨੂੰ ਸਮੇਟ ਰਿਹਾ ਹੈ। ਪਰ ਉਸ ਪਰਮਾਤਮਾ ਦੀ ਸੋਝੀ ਸੱਚੇ ਗੁਰਾਂ ਦੀ ਕਿਰਪਾ ਦੁਆਰਾ ਹੁੰਦੀ ਹੈ। ਆਵੋ ਸਜਣਾ ਹੋ ਦੇਖਾ ਦਰਸ਼ਨ ਤੇਰਾ RAM। ਤੇ ਸਤਿਗੁਰੂ ਕਿਰਪਾ ਕਰਦੇ ਨੇ। ਜਿਸ ਤਰ੍ਹਾਂ ਕਿਸੇ ਇਸਤਰੀ ਦਾ, ਕਿਸੇ ਪਤਨੀ ਦਾ ਪਤੀ ਵਿਦੇਸ਼ ਗਿਆ ਹੋਵੇ, ਇੱਕ ਆਪਣੇ ਪਤੀ ਤੋਂ ਵਿਛੜੀ ਹੋਈ ਪਤਨੀ ਆਪਣੇ ਪਤੀ ਅੱਗੇ ਅਰਦਾਸ ਕਰਦੀ ਹੈ ਕਿ ਤੂੰ ਘਰ ਵਾਪਸ ਆ ਜਾ। ਕਹਿੰਦੇ ਇਸੇ ਤਰ੍ਹਾਂ ਜੀਵ ਰੂਪੀ ਇਸਤਰੀਆਂ ਦਾ ਵੀ ਪਰਮਾਤਮਾ ਤੋਂ ਵਿਛੋੜਾ ਪੈ ਚੁੱਕਿਆ ਤੇ ਹੁਣ ਜੀਵ ਰੂਪੀ ਇਸਤਰੀ ਨੇ ਉਸ ਪਰਮ ਪਰਮਾਤਮਾ ਦੇ ਅੱਗੇ, ਉਸ ਕੰਤ ਦੇ ਅੱਗੇ ਅਰਦਾਸ ਕਰਨੀ ਹੈ ਕਿ ਆਵੋ ਸੱਜਣਾ, ਹੇ ਪ੍ਰਮਾਤਮਾ ਤੂੰ ਮੇਰੇ ਹਿਰਦੇ ਰੂਪੀ ਘਰ ਵਿੱਚ ਫੇਰਾ ਪਾ। ਹਉ ਦੇਖਾਂ ਦਰਸ਼ਨ ਤੇਰਾ RAM, ਮੇਰੀਆਂ ਅੱਖਾਂ ਤੇਰੇ ਦੀਦਾਰਿਆਂ ਨੂੰ ਲੋਚ ਰਹੀਆਂ। ਖਾਲਸਾ ਜੀ, ਜਿਸ ਤਰ੍ਹਾਂ ਸਤਿਗੁਰੂ ਨੇ ਬਚਨ ਕੀਤੇ ਨਾ, ਆਵੋ ਸੱਜਣਾ, ਕਿ ਪ੍ਰਮਾਤਮਾ ਤੂੰ ਆ ਸਾਡੇ ਘਰਾਂ ਵਿੱਚ ਫੇਰਾ ਪਾ। ਵੇਖੋ ਅੱਜ ਬੜਾ ਹੀ ਭਾਗਾਂ ਵਾਲਾ ਦਿਨ ਹੈ। ਅੱਜ ਦੇ ਦਿਨ ਦੀਨ ਦੁਨੀਆ ਦੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਤੀਸਰੇ ਮਹਿਲ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਵੀ ਹੈ। ਮੈਂ ਝਲਕ ਮਾਤਰ ਸਾਂਝ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੇ ਵਿੱਚੋਂ ਪਾਵਾਂ। ਵੇਖੋ ਸਤਿਗੁਰੂ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਪੁਰਬ ਹੈ। ਸੰਸਾਰ ਦੇ ਵਿੱਚ ਜਦੋਂ ਕੋਈ ਨਵਾਂ ਜੀਵ ਆਉਂਦਾ ਹੈ,
ਆਪਾਂ ਅਕਸਰ ਸ਼ਬਦ ਵਰਤਦੇ ਹਾਂ ਕਿ ਨਵੇਂ ਜੀਵ ਦਾ ਜਨਮ ਹੋਇਆ, ਪਰ ਜਦੋਂ ਪਾਤਸ਼ਾਹਾਂ ਦੀ ਆਮਦ ਹੁੰਦੀ ਹੈ, ਪਾਤਸ਼ਾਹਾਂ ਵਾਸਤੇ ਜਨਮ ਸ਼ਬਦ ਨਹੀਂ ਵਰਤਿਆ ਜਾਂਦਾ, ਪ੍ਰਕਾਸ਼ ਜਾਂ ਪ੍ਰਕਾਸ਼ ਗੁਰਪੁਰਬ ਸ਼ਬਦ ਵਰਤਿਆ ਜਾਂਦਾ ਹੈ। ਇਹਦੇ ਪਿੱਛੇ ਵੀ ਕਾਰਨ ਬੜਾ ਵੱਡਾ ਹੈ, ਸਿੱਖਿਆ ਬੜੀ ਵੱਡੀ ਹੈ। ਪ੍ਰਕਾਸ਼ ਸ਼ਬਦ ਪਾਤਸ਼ਾਹ ਵਾਸਤੇ ਇਸ ਲਈ ਵਰਤਿਆ ਜਾਂਦਾ ਹੈ ਕਿ ਜਦੋਂ ਸਤਿਗੁਰੂ ਦੀ ਆਮਦ ਦੁਨੀਆ ਦੇ ਤਖਤੇ ਤੇ ਹੁੰਦੀ ਹੈ, ਸਤਿਗੁਰੂ ਦੀ ਆਮਦ ਤੋਂ ਬਾਅਦ ਉਹ ਪ੍ਰਕਾਸ਼ ਹੁੰਦਾ ਹੈ, ਐਸਾ ਮਹਾਨ ਪ੍ਰਕਾਸ਼ ਹੁੰਦਾ ਹੈ ਜਿਸ ਪ੍ਰਕਾਸ਼ ਸਦਕਾ ਸਾਡੀ ਜੀਵ ਆਤਮਾ ਦਾ ਪਰਮ ਆਤਮਾ ਤੋਂ ਪਿਆ ਹੋਇਆ ਵਿਛੋੜਾ ਵੀ ਦੂਰ ਹੋ ਜਾਂਦਾ ਹੈ। ਸਾਡੇ ਹਿਰਦੇ ਦੇ ਅੰਦਰੋਂ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ ਤੇ ਸਤਿਗੁਰੂ ਦਾ ਪ੍ਰਕਾਸ਼ ਐਸਾ ਮਹਾਨ ਪ੍ਰਕਾਸ਼ ਹੈ। ਗੁਰੂ ਕੀ ਬਾਣੀ ਦਾ ਫਰਮਾਨ ਹੈ ਕਿ ਸਤਿਗੁਰੂ ਦੇ ਪ੍ਰਕਾਸ਼ ਦੇ ਸਾਹਮਣੇ 100 ਚੰਦਰਮਾ ਤੇ ਹਜ਼ਾਰਾਂ ਸੂਰਜਾਂ ਦਾ ਵੀ ਪ੍ਰਕਾਸ਼ ਫਿੱਕਾ ਪੈ ਜਾਂਦਾ ਹੈ। ਜੇ ਸੋ ਚੰਦਾ ਉਗਵੇ ਸੂਰਜ ਚੜੇ ਹਜ਼ਾਰ, ਏਤੇ ਚਾਨਣ ਹੋਦਿਆਂ ਗੁਰਬਿਨ ਘੋਰ ਅੰਧਾਰ। ਸੋ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਵਿਸਾਖ ਸੁਦੀ 14 ਸੰਮਤ 1536 ਨੂੰ ਬਾਸਰ ਕੇ ਨਗਰ ਬਾਬਾ ਤੇਜ ਭਾਣ ਜੀ ਦੇ ਘਰ ਮਾਤਾ ਸੁਲੱਖਣੀ ਜੀ ਦੇ ਕੁੱਖੋਂ ਉਹਨਾਂ ਦੀ ਆਮਦ ਹੋਈ, ਸੰਸਾਰ ਦੇ ਤਖਤੇ ਦੇ ਉੱਤੇ ਪ੍ਰਕਾਸ਼ਮਾਨ ਹੋਏ ਤੇ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਦੇ ਪ੍ਰਥਾਏ ਕਲਗੀਧਰ ਸੁਆਮੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਕ ਬੋਲ ਨੇ, ਅਮਰਦਾਸ ਪੂਰੋ ਪੁਰਸ਼ੋਤਮ ਸਤ ਸੰਗਤ ਕਰ ਪਾਰ ਉਤਾਰੇ, ਜੇ ਜੇ ਚਰਨ ਸ਼ਰਨ ਗੁਰ ਲਾਗੇ, ਬਿਖੜੇ ਘਾਟ ਗੁਰੂ ਨਿਸਤਾਰੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਗੁਰੂ ਕਿਉ ਸਿੱਖੋ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਉਹ ਮਹਾਨ ਪੁਰਖ ਪੂਰਨ ਪੁਰਸ਼ੋਤਮ ਨੇ ਜਿਨ੍ਹਾਂ ਨੇ ਸਤ ਸੰਗਤ ਦੇ ਵਿੱਚ ਐਸੀ ਬਰਕਤ ਭਰ ਦਿੱਤੀ ਕਿ ਜਿਹੜਾ ਵੀ ਸੰਗਤ ਵਿੱਚ ਜਾ ਕਰਕੇ ਇੱਕ ਵਾਰ ਪ੍ਰੇਮ ਦੇ ਨਾਲ ਧੰਨ ਗੁਰੂ ਅਮਰਦਾਸ ਕਹਿ ਲਵੇ, ਸਤਿਗੁਰੂ ਗੁਰੂ ਅਮਰਦਾਸ ਦੇ ਨਾਮ ਦੀ ਕਮਾਈ ਸਦਕਾ, ਸੰਗਤ ਦੀ ਬਰਕਤ ਦਾ ਸਦਕਾ ਉਹ ਸੰਸਾਰ ਰੂਪੀ ਭਵ ਸਾਗਰ ਤੋਂ ਪਾਰ ਹੋ ਜਾਂਦਾ ਹੈ। ਤੇ ਜਿਹੜਾ ਸੰਗਤ ਵਿੱਚ ਜਾ ਕਰਕੇ ਧੰਨ ਗੁਰੂ ਅਮਰਦਾਸ ਜੀ ਨੂੰ ਚੇਤੇ ਕਰਦਾ ਹੈ, ਜੇ ਜੇ ਚਰਨ ਸ਼ਰਨ ਗੁਰ ਲਾਗੇ, ਵਿਖੜੇ ਘਾਟ ਗੁਰੂ ਨਿਸਤਾਰੇ। ਜਿਹੜਾ ਸੰਗਤ ਵਿੱਚ ਜਾ ਕੇ ਗੁਰੂ ਅਮਰਦਾਸ ਜੀ ਨੂੰ ਚੇਤੇ ਕਰਦਾ ਹੈ, ਸਤਿਗੁਰੂ ਗੁਰੂ ਗੋਬਿੰਦ ਸਿੰਘ ਕਹਿੰਦੇ, ਜੀਵਨ ਦੇ ਵਿੱਚ ਕੋਈ ਮੁਸ਼ਕਲਾਂ ਵਾਲਾ ਸਮਾਂ ਹੋਵੇ ਨਾ, ਕੋਈ ਵਿਖੜਾ ਸਮਾਂ ਹੋਵੇ, ਕਹਿੰਦੇ ਇੱਕ ਵਾਰ ਰਸਨਾ ਤੋਂ ਗੁਰੂ ਅਮਰਦਾਸ ਜੀ ਦਾ ਨਾਮ ਲੈ ਕੇ ਵੇਖੀ ਸਿੱਖਾ, ਭਾਵੇਂ ਜੀਵਨ ਵਿੱਚ ਜਿਤਨੀਆਂ ਮਰਜ਼ੀਆਂ ਪਰੇਸ਼ਾਨੀਆਂ ਤਕਲੀਫਾਂ ਹੋਣ, ਗੁਰੂ ਅਮਰਦਾਸ ਜੀ ਦਾ ਨਾਮ ਸਾਰੀਆਂ ਤਕਲੀਫਾਂ ਪਰੇਸ਼ਾਨੀਆਂ ਨੂੰ ਸਾੜ ਕੇ ਸੁਆਹ ਕਰ ਦੇਵੇਗਾ। ਆਖੋ ਸਤਨਾਮ ਸ਼੍ਰੀ। ਐਸੀ ਬਰਕਤ, ਐਸੀ ਰਹਿਮਤਾਂ ਦੇ ਮਾਲਕ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ। ਤੇ ਭੱਟ ਸਾਹਿਬ ਜੀ ਨੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਦੇ ਉੱਤੇ ਇਥੋਂ ਤਾਈਂ ਵੀ ਬਚਨ ਕੀਤੇ, ਘਨ ਹਰ ਬੂੰਦ ਬਸੋ ਰਮਾਵਲ, ਕੁਸਮ ਬਸੰਤ ਗਨੰਤ ਨ ਆਵੈ। ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਐਸੀ ਹੈ, ਭੱਟ ਸਾਹਿਬ ਕਹਿੰਦੇ, ਦੁਨੀਆ ਦੇ ਤਖਤੇ ਦੇ ਉੱਤੇ ਕੋਈ ਬਨਸਪਤੀ ਦਾ ਲੇਖਾ ਕਰ ਸਕਦਾ ਹੈ, ਕੋਈ ਸੂਰਜ ਦੀਆਂ ਕਿਰਨਾਂ ਦੀ ਮਿਣਤੀ ਕਰ ਸਕਦਾ ਹੈ, ਕੋਈ ਸਾਗਰ ਦੀ ਗਹਿਰਾਈ ਮਾਪ ਸਕਦਾ ਹੈ, ਕੋਈ ਦੁਨੀਆ ਦੇ ਤਖਤੇ ਦੇ ਉੱਤੇ ਗੰਗਾ ਦੀ ਲਹਿਰਾਂ ਦਾ ਅੰਤ ਵੀ ਪਾ ਸਕਦਾ ਹੈ। ਰੁਦਰ ਧਿਆਨ ਗਿਆਨ ਸਤਿਗੁਰ ਕੇ, ਕਬ ਜਨ ਭਲ ਉਨਹਿ ਜੋ ਗਾਵੈ। ਕਹਿੰਦੇ ਦੁਨੀਆ ਦੇ ਤਖਤੇ ਦੇ ਉੱਤੇ ਸਾਗਰ ਦੀ ਗਹਿਰਾਈ ਮਾਪੀ ਜਾ ਸਕਦੀ ਹੈ, ਸੂਰਜ ਦੀਆਂ ਕਿਰਨਾਂ ਦੀ ਮਿਣਤੀ ਕੀਤੀ ਜਾ ਸਕਦੀ ਹੈ, ਗੰਗਾ ਦੀ ਲਹਿਰਾਂ ਦਾ ਅੰਤ ਪਾਇਆ ਜਾ ਸਕਦਾ ਹੈ, ਪਰ ਸੱਚ ਹੈ ਇੱਕ ਜ਼ਬਾਨ ਨਹੀਂ, ਕਰੋੜਾਂ ਹੀ ਜ਼ੁਬਾਨਾਂ ਇਕੱਠੀਆਂ ਹੋ ਜਾਣ ਤਾਂ ਵੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਪੂਰਨ ਤੌਰ ਤੇ ਵਿਅਕਤੀ ਤੋਂ ਗਾਈ ਨਹੀਂ ਜਾਣੀ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੈ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਇੱਕ ਜ਼ਬਾਨ ਤੋਂ ਨਹੀਂ ਗਾਈ ਜਾਂਦੀ। ਗੁਰ ਅਮਰਦਾਸ ਕੀ ਅਕਥ ਕਥਾ ਹੈ, ਏਕ ਜੀਹ ਕਛ ਕਹੀ ਨ ਜਾਈ, ਸੋਢੀ ਸ੍ਰਿਸ਼ਟ ਸਕਲ ਤਾਰਨ ਕੋ, ਅਬ ਗੁਰ ਰਾਮਦਾਸ ਕੋ ਮਿਲੀ ਬਡਾਈ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਕਥਾ ਐਸੀ ਅਕਥ ਕਥਾ ਹੈ, ਭਾਵੇਂ ਕਰੋੜਾਂ ਹੀ ਕਥਾਕਾਰ ਆ ਜਾਣ,
ਪਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਦਾ ਅੰਤ ਨਹੀਂ ਪਾਇਆ ਜਾਣਾ, ਉਹ ਬੇਅੰਤ ਨੇ। ਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ ਜੀਵਨ ਦੇ ਵਿੱਚ ਵੀ ਜਿਨ੍ਹਾਂ ਨੂੰ ਤਾਰਿਆ ਖਾਲਸਾ ਜੀ, ਉਹ ਵੀ ਬੇਅੰਤ ਨੇ ਤੇ ਸਤਿਗੁਰੂ ਅੱਜ ਵੀ ਤਾਰ ਰਹੇ। ਪਰ ਸਤਿਗੁਰੂ ਦੇ ਜੀਵਨ ਦੇ ਵਿੱਚ ਜੇ ਝਾਤ ਪਾਈਏ ਤੇ ਨਜ਼ਰ ਆਵੇਗਾ ਕਿ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਸੁਭਾਅ ਬਚਪਨ ਤੋਂ ਹੀ ਬੜਾ ਦੂਸਰਿਆਂ ਦੀ ਮਦਦ ਕਰਨ ਵਾਲਾ ਸੀ, ਦਇਆ ਵਾਲਾ ਸੁਭਾਅ ਸੀ, ਧਰਮੀ ਸੁਭਾਅ ਸੀ ਸਤਿਗੁਰੂ ਦਾ। ਕਿਸੇ ਗਰੀਬ ਨੂੰ ਵੇਖਣਾ, ਕਿਸੇ ਲੋੜਵੰਦ ਨੂੰ ਵੇਖਣਾ, ਤੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਖੁਦ ਚੱਲ ਕਰਕੇ ਉਸ ਲੋੜਵੰਦ ਦੀ ਲੋੜ ਪੂਰੀ ਕਰਿਆ ਕਰਨੀ, ਹਰ ਇੱਕ ਦੀ ਲੋੜ ਪੂਰੀ ਕਰਨੀ, ਹਰ ਇੱਕ ਦੀ ਮਦਦ ਕਰਨੀ। ਇਹੋ ਕਾਰਨ ਹੈ ਕਿ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਬਾਰੇ ਹੀ ਧੰਨ ਗੁਰੂ ਅੰਗਦ ਸਾਹਿਬ ਜੀ ਨੇ ਬਚਨ ਕੀਤੇ ਸੀ, ਤੁਮ ਹੋ ਨਿਥਾਵਨ ਕੋ ਥਾਨ, ਕਰਹੋ ਨਿਮਾਨਨ ਕੋ ਮਾਨ, ਨਿਓਟਿਆਂ ਕੀ ਓਟ, ਨਿਤਾਣਿਆਂ ਦੇ ਤਾਣ, ਨਿਆਸਰਿਆਂ ਦੇ ਆਸਰੇ, ਨਿਧਰਿਆਂ ਦੀ ਧਰ, ਨਧੀਰਨ ਨਧੀਰ, ਪੀਰਾਂ ਨੇ ਪੀਰ, ਦਿਆਲ ਗਈ ਬਹੋੜ, ਸਭ ਜਗਤ ਬੰਦੀ ਛੋੜ, ਭੰਨਣ ਘੜਨ ਸਮਰੱਥ, ਸਭ ਜੀਵ ਕਾ ਜਿਸ ਹੱਥ। ਧੰਨ ਗੁਰੂ ਅੰਗਦ ਸਾਹਿਬ ਜੀ ਕਹਿੰਦੇ, ਦੁਨੀਆ ਦੇ ਤਖਤੇ ਦੇ ਉੱਤੇ ਕੋਈ ਨਥਾਵਾਂ ਹੋਵੇ, ਕਿਸੇ ਨੂੰ ਰਹਿਣ ਵਾਸਤੇ ਥਾਂ ਨਾ ਮਿਲਦੀ ਹੋਵੇ, ਉਹ ਗੁਰੂ ਅਮਰਦਾਸ ਜੀ ਨੂੰ ਚੇਤੇ ਕਰ ਲਵੇ। ਧੰਨ ਗੁਰੂ ਅਮਰਦਾਸ ਜੀ ਨਥਾਵਿਆਂ ਨੂੰ ਥਾਂ ਬਖਸ਼ ਦਿੰਦੇ ਨੇ, ਝੁੱਗੀਆਂ ਵਾਲਿਆਂ ਨੂੰ ਵੱਡੇ ਵੱਡੇ ਮਹਿਲ ਬਖਸ਼ ਦਿੰਦੇ ਨੇ। ਧੰਨ ਗੁਰੂ ਅਮਰਦਾਸ ਜੀ ਐਸੀ ਵਡਿਆਈ ਦੇ ਮਾਲਕ ਨੇ, ਦੁਨੀਆ ਵਿੱਚ ਕਿਸੇ ਕੋਲ ਮਾਣ ਨਾ ਹੋਵੇ, ਕੋਈ ਨਮਾਣਾ ਹੋਵੇ, ਸੰਸਾਰ ਤੇ ਗੁਰੂ ਨੂੰ ਚੇਤੇ ਕਰੇ, ਸਤਿਗੁਰੂ ਦਰਗਾਹੀ ਮਾਣ ਦੇ ਦਿੰਦੇ ਨੇ। ਤੇ ਗੁਰੂ ਅਮਰਦਾਸ ਜੀ ਐਸਾ ਦਰਗਾਹੀ ਮਾਣ ਦਿੰਦੇ ਨੇ ਖਾਲਸਾ ਜੀ, ਦੁਨੀਆ ਦੇ ਵਿੱਚ ਭਾਵੇਂ ਐਸਾ ਸਮਾਂ ਬਣ ਜਾਵੇ ਕਿ ਸਾਰੇ ਲੋਕ ਇੱਕ ਪਾਸੇ ਹੋ ਕਰਕੇ ਕਿਸੇ ਨੂੰ ਬੇਇੱਜ਼ਤ ਕਰਨਾ ਚਾਹਣ, ਪਰ ਜੇ ਉਹ ਸੱਜਣ ਇੱਕ ਵਾਰ ਆਪਣੀ ਰਸਨਾ ਤੋਂ ਧੰਨ ਗੁਰੂ ਅਮਰਦਾਸ ਜੀ ਨੂੰ ਆਵਾਜ਼ ਲਾ ਲਵੇ, ਭਾਵੇਂ ਸਾਰੀ ਦੁਨੀਆ ਬੇਇੱਜ਼ਤ ਕਰਨੀ ਚਾਹੁੰਦੀ ਹੋਵੇ, ਪਰ ਗੁਰੂ ਅਮਰਦਾਸ ਜੀ ਦਾ ਨਾਮ ਬੇਇੱਜ਼ਤ ਨਹੀਂ ਹੋਣ ਦਿੰਦਾ। ਇਹ ਨਿਮਾਣਿਆਂ ਦੇ ਮਾਣ ਸਤਿਗੁਰੂ ਨੇ, ਨਿਆਸਰਿਆਂ ਦੇ ਆਸਰੇ ਨੇ, ਨਿਓਟਿਆਂ ਦੀ ਓਟ ਨੇ, ਤੇ ਪੀਰਾਂ ਦੇ ਪੀਰ ਨੇ। ਦੁਨੀਆ ਦੇ ਤਖਤੇ ਦੇ ਉੱਤੇ ਗੁਰੂ ਅਮਰਦਾਸ ਜੀ ਵਰਗਾ ਪੀਰ ਕੋਈ ਨਹੀਂ, ਦੁਨੀਆ ਦੇ ਤਖਤੇ ਦੇ ਉੱਤੇ ਐਸਾ ਸਰਬ ਕਲਾ ਸਮਰੱਥ ਗੁਰੂ ਕੋਈ ਨਹੀਂ। ਗੁਰੂ ਅੰਗਦ ਸਾਹਿਬ ਕਹਿੰਦੇ, ਸਭ ਜੀਵ ਕਾ ਜਿਸ ਹੱਥ। ਸੰਸਾਰ ਦੇ ਤਖਤੇ ਦੇ ਉੱਤੇ ਸਮੁੱਚੀ ਲੋਕਾਈ ਦੀ ਜੀਵਕਾ ਉਹ ਗੁਰੂ ਅਮਰਦਾਸ ਜੀ ਦੇ ਹਸਤ ਕਮਲਾਂ ਦੇ ਵਿੱਚ ਹੈ। ਦਾਤੇ ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇ। ਦਾਤ ਮੰਗਦੇ ਆ, ਮੈਂ ਬੇਨਤੀ ਕਰਾਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਆਵਾਜ਼ ਲਾ ਕੇ ਗੁਰੂ ਦਾ ਪ੍ਰੇਮ ਮੰਗੀਏ, ਗੁਰੂ ਅਮਰਦਾਸ ਜੀ ਸਿੱਖ ਦੀ ਝੋਲੀ ਦਾਤਾਂ ਦੇ ਨਾਲ ਭਰ ਦੇਣਗੇ। ਇਹ ਸੁਭਾਅ ਸੀ ਧੰਨ ਗੁਰੂ ਅਮਰਦਾਸ ਜੀ ਦਾ, ਸ਼ੁਰੂ ਤੋਂ ਦਿਆਲਤਾ ਵਾਲਾ, ਸਦਾ ਗਰੀਬਾਂ ਦੀ ਮਦਦ ਕਰਨ ਵਾਲਾ। ਤੇ ਭੱਟ ਸਾਹਿਬ ਨੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਨੁਹਾਰ ਬਾਰੇ ਵੀ ਦੱਸਿਆ, ਤੇ ਉਹ ਲਿਖਦੇ, ਬਾਰਜ ਕਰ ਦਾਹਨੈ ਸਿਧ ਸਨਮੁਖ ਮੁਖ ਜੋਵੈ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਇੱਕ ਹਸਤ ਕਮਲ ਦੇ ਵਿੱਚ, ਇੱਕ ਚਰਨ ਦੇ ਵਿੱਚ ਪਦਮ ਵੀ ਸੀ, ਪਦਮ ਚਮਕਦਾ ਸੀ। ਇਹੋ ਕਾਰਨ ਸੀ ਕਿ ਜਦੋਂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਤੀਰਥ ਯਾਤਰਾ ਵੇਲੇ ਪੰਡਤ ਦੁਰਗੋ ਦੇ ਨਾਲ ਮੁਲਾਕਾਤ ਹੋਈ, ਤੇ ਉਸਨੇ ਵੀ ਇਸ ਪਦਮ ਦਾ ਜ਼ਿਕਰ ਜ਼ਰੂਰ ਕੀਤਾ, ਕਿਉਂਕਿ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ, ਭਾਵੇਂ ਕਿ ਉਹਨਾਂ ਦਾ ਵਿਵਾਹ ਵੀ ਹੋ ਗਿਆ ਘਰ ਦੇ ਵਿੱਚ, ਵਿਵਾਹ ਤੋਂ ਬਾਅਦ ਮਾਤਾ ਮਨਸਾ ਦੇਵੀ ਜੀ ਦੇ ਨਾਲ ਸਤਿਗੁਰੂ ਦਾ ਵਿਵਾਹ ਹੋਇਆ। ਘਰ ਦੇ ਵਿੱਚ 4 ਔਲਾਦਾਂ ਹੋਈਆਂ, 2 ਪੁੱਤਰੀਆਂ ਤੇ 2 ਪੁੱਤਰ। ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਪਰਿਵਾਰ ਵੀ ਧਰਮੀ ਸੁਭਾਅ ਵਾਲਾ ਸੀ, ਪਰ ਫਿਰ ਵੀ ਗੁਰੂ ਅਮਰਦਾਸ ਜੀ ਦੇ ਮਨ ਦੇ ਵਿੱਚ ਇਹ ਫੁਰਨਾ ਅਕਸਰ ਰਿਹਾ ਕਰਦਾ। ਬਾਬਾ ਅਮਰਦਾਸ ਜੀ ਨੇ ਇਹ ਸੋਚਣਾ ਕਿ ਇਤਨੀ ਉਮਰ ਅਜਾਈਂ ਗਵਾ ਦਿੱਤੀ ਹੈ, ਪਰ ਹਜੇ ਤੱਕ ਪ੍ਰਾਪਤੀ ਕੋਈ ਨਹੀਂ ਹੋਈ। ਕਿ ਦੁਨੀਆ ਦੇ ਵਿੱਚ ਕੇਵਲ ਪਰਿਵਾਰ ਵਾਸਤੇ, ਕਿ ਬੱਚਿਆਂ ਵਾਸਤੇ, ਕਿ ਸੰਸਾਰ ਦੇ ਕਾਰ ਵਿਹਾਰ ਵਾਸਤੇ ਆਏ ਆ? ਦੁਨੀਆ ਵਿੱਚ ਆਉਣ ਦਾ ਮਕਸਦ ਕੀ ਹੈ? ਜਿਵੇਂ ਗੁਰੂ ਕੀ ਬਾਣੀ ਨੇ ਪੁੱਛਿਆ, ਕਵਨ ਕਾਜ ਸਿਰਜੇ ਜਗ ਭੀਤਰ, ਜਨਮ ਕਵਨ ਫਲ ਪਾਇਆ। ਕਿਸ ਕਾਰਨ ਕਰਕੇ ਜਨਮ ਮਿਲਿਆ?
ਬਾਬਾ ਅਮਰਦਾਸ ਜੀ ਨੇ ਫਿਰ ਨਿਰਣਾ ਲਿਆ ਕਿ ਕਿਉਂ ਨਾ ਤੀਰਥ ਯਾਤਰਾ ਤੇ ਜਾ ਕਰਕੇ ਕੋਈ ਧਰਮ ਕਮਾਈਏ। ਵੇਖੋ ਸ਼ੰਕਾ ਨਹੀਂ, ਜੋ ਪੁਰਾਤਨ ਮਰਿਆਦਾ ਹੈ, ਭਾਵ ਜੋ ਪੁਰਾਣੇ ਸਮੇਂ ਤੋਂ ਚੱਲਿਆ ਆ ਰਿਹਾ ਸੀ, ਉਸੇ ਮੁਤਾਬਕ ਸਤਿਗੁਰੂ ਨੇ ਧਰਮ ਕਮਾਉਣ ਦਾ ਯਤਨ ਕੀਤਾ। ਪਰ ਸਤਿਗੁਰੂ ਦੇ ਜੀਵਨ ਦੇ ਵਿੱਚ ਸ਼ੰਕਾ ਨਹੀਂ ਕਰ ਸਕਦੇ। ਅਸਲ ਦੇ ਵਿੱਚ ਬਾਬਾ ਅਮਰਦਾਸ ਜੀ ਜੋ ਗੁਰੂ ਅਮਰਦਾਸ ਦੇ ਰੂਪ ਵਿੱਚ ਉਜਾਗਰ ਹੋਏ ਨੇ, ਉਹ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਖੁਦ ਖੁਦਾ ਨੇ, ਖੁਦ ਨਿਰੰਕਾਰ ਨੇ। ਪਰ ਸਾਨੂੰ ਅਲਪਗ ਜੀਵਾਂ ਨੂੰ ਸੋਝੀ ਦੇਣ ਵਾਸਤੇ, ਸਿੱਖਿਆ ਦੇਣ ਵਾਸਤੇ ਸਤਿਗੁਰੂ ਆਪਣੇ ਜੀਵਨ ਦੇ ਵਿੱਚ ਐਸੀਆਂ ਰਚਨਾਵਾਂ, ਐਸੀ ਲੀਲਾ ਖੇਡਦੇ। ਸਤਿਗੁਰੂ ਨੇ ਤੀਰਥ ਯਾਤਰਾ ਤੇ ਜਾਣ ਦਾ ਫੈਸਲਾ ਕੀਤਾ ਤੇ 6 ਮਹੀਨਿਆਂ ਬਾਅਦ ਸਤਿਗੁਰੂ ਨੇ ਠਾਨਿਆ ਵੀ ਹਰ 6 ਮਹੀਨੇ ਬਾਅਦ ਜਾ ਕਰਕੇ ਤੀਰਥ ਤੇ ਜਾ ਕਰਕੇ ਇਸ਼ਨਾਨ ਕਰਨਾ। ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ 20 ਵਾਰ ਲਗਾਤਾਰ ਤੀਰਥ ਯਾਤਰਾ ਤੇ ਜਾਂਦੇ ਰਹੇ। ਪਰ ਜਦੋਂ 21ਵੀਂ ਵਾਰ ਗਏ ਤੇ ਇੱਕ ਬੜਾ ਹੀ ਵੱਡਾ ਜਿਹੜਾ ਬਚਨ ਸਤਿਗੁਰੂ ਦੇ ਹਿਰਦੇ ਦੇ ਵਿੱਚ ਅਣਿਆਲੇ ਤੀਰ ਦੀ ਤਰ੍ਹਾਂ ਵੱਜਾ। ਅੱਜ 21ਵੀਂ ਵਾਰ ਜਦੋਂ ਬਾਬਾ ਅਮਰਦਾਸ ਜੀ ਤੀਰਥ ਯਾਤਰਾ ਤੇ ਗਏ, ਕਹਿੰਦੇ ਹਰਿਦੁਆਰ ਦੇ ਥੋੜਾ ਜਿਹਾ ਦੂਰ ਇੱਕ ਨਗਰ ਸੀ। ਉਸ ਨਗਰ ਦੇ ਵਿੱਚ ਇੱਕ ਪੰਡਤ ਨੇ ਇੱਕ ਸਰਾਂ ਬਣਾਈ ਹੋਈ ਸੀ ਆਏ ਗਏ ਮੁਸਾਫਰਾਂ ਦੇ ਆਰਾਮ ਵਾਸਤੇ। ਬਾਬਾ ਅਮਰਦਾਸ ਜੀ ਉਸ ਸਰਾਂ ਦੇ ਵਿੱਚ ਰੁਕੇ। ਉਸ ਸਰਾਂ ਦੇ ਵਿੱਚ ਰੁਕੇ ਬਾਬਾ ਅਮਰਦਾਸ ਜੀ ਆਰਾਮ ਕਰ ਰਹੇ ਸੀ। ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਬਾਬਾ ਅਮਰਦਾਸ ਜੀ ਉਸ ਵਕਤ ਪਲੰਗੇ ਦੇ ਉੱਤੇ ਲੱਤ ਦੇ ਉੱਤੇ ਲੱਤ ਧਰ ਕਰਕੇ ਲੰਮੇ ਪਏ ਹੋਏ ਸਨ। ਤੇ ਜੋ ਪੰਡਤ ਦੁਰਗੋ ਸੀ, ਉਸਨੇ ਬਾਬਾ ਅਮਰਦਾਸ ਜੀ ਦੇ ਵੱਲ ਵੇਖਿਆ ਤੇ ਉਸ ਦੀ ਨਿਗਾਹ ਬਾਬਾ ਅਮਰਦਾਸ ਜੀ ਦੇ ਪਾਵਨ ਚਰਨਾਂ ਵੱਲ ਪਈ। ਉਹਨੇ ਵੇਖਿਆ ਸਤਿਗੁਰਾਂ ਦੇ ਪਾਵਨ ਚਰਨਾਂ ਦੇ ਵਿੱਚ ਪਦਮ ਚਮਕ ਰਿਹਾ ਤੇ ਖਾਲਸਾ ਜੀ ਪੰਡਤ ਦੁਰਗੋ ਸਤਿਗੁਰੂ ਕੋਲ ਆਇਆ। ਆ ਕੇ ਕਹਿੰਦਾ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ। ਬਾਬਾ ਅਮਰਦਾਸ ਜੀ ਕਹਿਣ ਲੱਗੇ ਹੁਕਮ ਕਰੋ। ਤੇ ਪੰਡਤ ਦੁਰਗੋ ਨੇ ਕਿਹਾ ਤੁਹਾਡੇ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਸੀਸ ਤੇ ਛਤਰ ਝੁਲਣਗੇ। ਜਾਂ ਤਾਂ ਬਾਦਸ਼ਾਹ ਦੀ ਪਦਵੀ ਨੂੰ ਪ੍ਰਾਪਤ ਹੋਵੋਗੇ ਜਾਂ ਬਾਦਸ਼ਾਹ ਤੁਹਾਡੇ ਚਰਨਾਂ ਵਿੱਚ ਆ ਕੇ ਝੁਕਿਆ ਕਰਨਗੇ। ਪਰ ਬਾਬਾ ਅਮਰਦਾਸ ਜੀ ਨੇ ਉਸ ਦਾ ਵਚਨ ਹੱਸ ਕੇ ਟਾਲ ਦਿੱਤਾ। ਉਸ ਤੋਂ ਬਾਅਦ ਯਾਤਰਾ ਕਰਨ ਤੋਂ ਬਾਅਦ ਜਦੋਂ ਬਾਬਾ ਅਮਰਦਾਸ ਜੀ ਵਾਪਸ ਆਪਣੇ ਪਿੰਡ ਬਾਸਰਕੇ ਨੂੰ ਜਾਣ ਲੱਗੇ, ਕਹਿੰਦੇ ਰਸਤੇ ਦੇ ਵਿੱਚ ਇੱਕ ਸਾਧੂ ਦਾ ਮਿਲਾਪ ਹੋਇਆ ਤੇ ਇਤਿਹਾਸ ਦੇ ਵਿੱਚੋਂ ਮਿਲਦਾ ਹੈ ਕਿ ਉਹ ਸਾਧੂ ਬਾਬਾ ਸ਼੍ਰੀ ਚੰਦ ਜੀ ਦੀ ਸੰਪਰਦਾਇ ਉਦਾਸੀ ਸੰਪਰਦਾਇ ਤੋਂ ਤਾਲੁਕਾਤ ਰੱਖਦਾ ਸੀ। ਸਾਧੂ ਹਰੀਦਾਸ ਉਸ ਦਾ ਨਾਮ ਸੀ। ਕਹਿੰਦੇ ਬਾਬਾ ਅਮਰਦਾਸ ਜੀ ਨਾਲ ਰਸਤੇ ਵਿੱਚ ਮੁਲਾਕਾਤ ਹੋਈ ਤੇ ਜਿਸ ਤਰ੍ਹਾਂ ਬਾਬਾ ਅਮਰਦਾਸ ਜੀ ਦਾ ਸੁਭਾਅ ਧਰਮੀਆਂ ਵਾਲਾ ਸੀ ਤੇ ਕਹਿੰਦੇ ਉਹ ਬਾਤਾਂ ਵੀ ਧਰਮ ਵਾਲੀਆਂ ਹੀ ਕਰਦੇ ਸੀ, ਪਰਮਾਤਮਾ ਦੀਆਂ ਕਰਦੇ ਸੀ। ਜਦੋਂ ਸਾਧੂ ਨੇ ਬਾਬਾ ਅਮਰਦਾਸ ਜੀ ਤੋਂ ਧਰਮ ਦੀਆਂ ਬਾਤਾਂ ਸੁਣੀਆਂ, ਪ੍ਰਭਾਵਿਤ ਹੋਇਆ ਤੇ ਬਾਬਾ ਅਮਰਦਾਸ ਜੀ ਦੇ ਨਾਲ ਸਫ਼ਰ ਕੱਟਣ ਲੱਗਾ। ਬਾਬਾ ਅਮਰਦਾਸ ਜੀ ਨੇ ਕਿਹਾ ਸਾਡੇ ਘਰੇ ਮੁਬਾਰਕ ਚਰਨ ਪਾਓ। ਉਹ ਸਾਧੂ ਬਾਬਾ ਜੀ ਦੇ ਘਰੇ ਗਿਆ। ਬਾਬਾ ਅਮਰਦਾਸ ਜੀ ਉਸ ਵਾਸਤੇ ਜਲ ਲਿਆਉਂਦੇ। ਕਹਿੰਦੇ ਜਲ ਪਕੜਨ ਤੋਂ ਪਹਿਲਾਂ ਉਹ ਸਾਧੂ ਕਹਿੰਦਾ ਬਾਬਾ ਅਮਰਦਾਸ ਜੀ ਨੂੰ ਕਿ ਤੁਸੀਂ ਬਾਤਾਂ ਬਹੁਤ ਧਰਮੀਆਂ ਵਾਲੀ ਕਰਦੇ ਹੋ, ਤੁਹਾਡਾ ਗੁਰੂ ਕੌਣ ਹੈ, ਕਿਹੜਾ ਗੁਰਮੰਤਰ ਜਪਦੇ ਹੋ? ਤੇ ਬਾਬਾ ਅਮਰਦਾਸ ਜੀ ਨੇ ਕਿਹਾ ਕਿ ਮੈਂ ਇਸ਼ਨਾਨ ਕਰਨ ਜਾਣਾ, ਮੈਂ ਤੀਰਥ ਦੀ ਯਾਤਰਾ ਤੇ ਜਾਣਾ, ਪਰ ਮੈਂ ਗੁਰੂ ਕੋਈ ਨਹੀਂ ਧਾਰਿਆ, ਮੈਂ ਗੁਰਮੰਤਰ ਨਹੀਂ ਜਪ ਰਿਹਾ। ਵੇਖੋ ਗੁਰਮੰਤਰ ਦੀ ਇੱਕ ਆਪਣੀ ਤਾਕਤ ਹੈ। ਤੇ ਉਹ ਸਾਧੂ ਹਰੀਦਾਸ ਕਹਿੰਦਾ ਕਿ ਇਤਨੀ ਉਮਰ ਹੋ ਗਈ, ਲਗਭਗ 60 ਸਾਲ ਦੀ ਉਮਰ ਬਾਬਾ ਅਮਰਦਾਸ ਜੀ ਦੀ ਹੋ ਚੁੱਕੀ ਹੈ ਸੰਸਾਰਕ ਤੌਰ ਤੇ। ਉਹ ਸਾਧੂ ਕਹਿਣ ਲੱਗਾ ਇਤਨੀ ਉਮਰ ਹੋ ਗਈ, ਤੀਰਥ ਯਾਤਰਾ ਇੱਕ ਪਾਸੇ ਹੈ ਪਰ ਗੁਰੂ ਕਿਉਂ ਨਹੀਂ ਧਾਰਿਆ, ਹਲੇ ਤੱਕ ਗੁਰੂ ਵਾਲੇ ਕਿਉਂ ਨਹੀਂ ਬਣੇ? ਕਈ ਵਾਰ ਸਾਡੇ ਵਿੱਚੋਂ ਵੀ ਇਹ ਬਚਨ ਆ ਜਾਂਦੇ ਕਿ ਖੰਡੇ ਬਾਟੇ ਦੀ ਪੋਲ ਤਾਂ ਨਹੀਂ ਲੈਂਦੇ, ਮਨ ਸਾਫ਼ ਹੈ, ਅਸੀਂ ਗੁਰੂ ਘਰ ਤਾਂ ਜਾਂਦੇ ਹੀ ਆ, ਕਿਸੇ ਦਾ ਬੁਰਾ ਨਹੀਂ ਕਰਦੇ, ਇਸ ਕਰਕੇ ਹਜੇ ਖੰਡੇ ਦੀ ਪੋਲ ਨਹੀਂ ਲੈਂਦੇ। ਪਰ ਵੇਖੋ ਸਤਿਗੁਰੂ ਦਾ ਜੀਵਨ ਸਾਨੂੰ ਸਿੱਖਿਆ ਦਿੰਦਾ ਹੈ ਕਿ ਜਦੋਂ ਤੱਕ ਖੰਡੇ ਦੀ ਪੋਲ ਲੈ ਕੇ ਗੁਰੂ ਵਾਲੇ ਨਾ ਬਣਾਂਗੇ ਉਦੋਂ ਤੱਕ ਖਾਲਸਾ ਜੀ ਮੁਕਤੀ ਨਹੀਂ ਹੋਣੀ। ਖਾਲਸਾ ਜੀ ਉਸਨੇ ਜਲ ਨਹੀਂ ਛਕਿਆ, ਸਾਧੂ ਘਰ ਤੋਂ ਚੱਲਣ ਲੱਗਾ।
ਕਹਿੰਦਾ ਇਤਨੀ ਉਮਰ ਅਜਾਈ ਗਵਾਤੀ, ਅਜੇ ਤੱਕ ਗੁਰੂ ਦੀ ਪ੍ਰਾਪਤੀ ਕੋਈ ਨਹੀਂ ਹੋਈ। ਇਹ ਬਚਨ ਅਣਿਆਲੇ ਤੀਰ ਦੀ ਤਰ੍ਹਾਂ ਲੱਗਾ। ਬਾਬਾ ਅਮਰਦਾਸ ਜੀ ਉਹ ਕਹਿੰਦੇ ਸਾਰੀ ਰਾਤ ਵੀ ਇਸੇ ਸੋਚ ਦੇ ਵਿੱਚ ਸੋਚਦੇ ਰਹੇ ਕਿ ਇਤਨੀ ਉਮਰ ਗਵਾ ਦਿੱਤੀ ਪਰ ਹਲੇ ਗੁਰੂ ਦੀ ਪ੍ਰਾਪਤੀ ਨਹੀਂ ਹੋਈ। ਸੋਚਦੇ ਸੋਚਦੇ ਅੰਮ੍ਰਿਤ ਵੇਲੇ ਆਪਣੇ ਨਿਵਾਸ ਸਥਾਨ ਤੋਂ ਕਮਰੇ ਤੋਂ ਬਰਾਂਡੇ ਵੱਲ ਆਏ ਤੇ ਉੱਥੇ ਬੀਬੀ ਅਮਰੋ ਜੀ ਮਧਾਣੀ ਰਿੜਕਦੇ ਹੋਏ ਸ਼ਬਦ ਪੜ੍ਹ ਰਹੇ ਸੀ। ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਇ ਲੇਖ ਪਏ। ਬੀਬੀ ਅਮਰੋ ਜੀ ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪੁੱਤਰੀ ਨੇ। ਜਦੋਂ ਬੀਬੀ ਜੀ ਨੇ ਇਹ ਸ਼ਬਦ ਪੜਿਆ ਤੇ ਵੇਖੋ ਬਾਬਾ ਜੀ ਦੀ ਬਾਣੀ ਇੰਨੀ ਮਿਠਾਸ ਭਰੀ ਹੈ, ਜੇ ਕੋਈ ਵੀ ਸਤਿਗੁਰੂ ਦੀ ਬਾਣੀ ਸੁਣ ਲਵੇ ਅੰਦਰ ਤਾਂ ਹੀ ਠੰਡ ਵਰਤ ਜਾਂਦੀ ਹੈ। ਬਾਬਾ ਅਮਰਦਾਸ ਜੀ ਦੇ ਕੰਨਾਂ ਦੇ ਵਿੱਚ ਜਦੋਂ ਬਾਣੀ ਦੇ ਬੋਲ ਪਏ, ਹਿਰਦੇ ਤਾਈਂ ਨਾਮ ਦੀ ਕਲਾ ਵਰਤ ਗਈ। ਜਾ ਕੇ ਪੁੱਛਿਆ ਇਹ ਕਿੰਨਾ ਦਾ ਕਲਾਮ, ਕਿੰਨਾ ਦੀ ਬਾਣੀ ਹੈ? ਉਹਨਾਂ ਨੇ ਦੱਸਿਆ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਪਾਵਨ ਸ਼ਬਦ ਹੈ। ਕਹਿਣ ਲੱਗੇ ਮੈਨੂੰ ਸਤਿਗੁਰਾਂ ਦੇ ਦੀਦਾਰੇ ਕਰਵਾ ਕੇ ਲਿਆਓ। ਉਹਨਾਂ ਕਿਹਾ ਹੁਣ ਸਤਿਗੁਰੂ ਗੁਰੂ ਅੰਗਦ ਦੇਵ ਜੀ ਗੁਰਗੱਦੀ ਤੇ ਸੁਭਾਏਮਾਨ ਨੇ। ਸੁਬਾ ਹੋਈ, ਬਾਬਾ ਅਮਰਦਾਸ ਜੀ ਬੀਬੀ ਅਮਰੋ ਜੀ ਦੇ ਨਾਲ ਗੁਰੂ ਅੰਗਦ ਦੇਵ ਜੀ ਦੇ ਦੀਦਾਰਿਆਂ ਵਾਸਤੇ ਆਏ। ਪਰ ਮੈਂ ਵੇਖੋ ਬੇਨਤੀ ਕਰਾਂ, ਆਪਾਂ ਜਦੋਂ ਗੁਰੂ ਦੀਦਾਰਿਆਂ ਵਾਸਤੇ ਆਉਂਦੇ ਆ ਪਹਿਲਾਂ ਇਹ ਲੱਭਦੇ ਆ ਕੋਈ ਪਹਿਚਾਣ ਲੱਭੀਏ, ਕੋਈ ਪਹੁੰਚ ਲੱਭੀਏ, ਪਹਿਲਾਂ ਸਿਫਾਰਿਸ਼ ਲੱਭਦੇ ਆ। ਪਰ ਜਦੋਂ ਬਾਬਾ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੇ ਦੀਦਾਰਿਆਂ ਵਾਸਤੇ ਆਏ, ਇੱਕ ਪਾਸੇ ਸੰਸਾਰਕ ਤੌਰ ਤੇ ਰਿਸ਼ਤੇਦਾਰੀ ਵੀ ਸੀ, ਕੁੜਮਾਚਾਰੀ ਵੀ ਸੀ, ਤੇ ਦੂਸਰਾ ਬਾਬਾ ਅਮਰਦਾਸ ਜੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਤੋਂ ਉਮਰ ਕਰਕੇ ਵੀ ਲਗਭਗ 25 ਸਾਲ ਉਮਰ ਵਿੱਚ ਵੱਡੇ ਸਨ। ਪਰ ਜਦੋਂ ਗੁਰੂ ਅੰਗਦ ਦੇਵ ਜੀ ਕੋਲ ਆਏ, ਸਤਿਗੁਰੂ ਗੁਰੂ ਅੰਗਦ ਦੇਵ ਜੀ ਨੇ ਆਪਣੀ ਪੁੱਤਰੀ ਨੂੰ ਪੁੱਛਿਆ ਵੀ ਕਿਸ ਤਰ੍ਹਾਂ ਆਉਣਾ ਹੋਇਆ, ਤੇ ਉਹਨਾਂ ਨੇ ਦੱਸਿਆ ਸਾਡੇ ਘਰ ਦੇ ਬਜ਼ੁਰਗ ਆਪ ਦੇ ਦੀਦਾਰਿਆਂ ਲਈ ਆਏ। ਗੁਰੂ ਅੰਗਦ ਦੇਵ ਜੀ ਆਪਣੇ ਆਸਣ ਤੋਂ ਖੜੇ ਹੋ ਕਰਕੇ ਬਾਬਾ ਅਮਰਦਾਸ ਜੀ ਨੂੰ ਮਿਲਣ ਲਈ ਗਏ। ਖਾਲਸਾ ਜੀ ਸਤਿਗੁਰਾਂ ਨੇ ਲੋਈ ਦੀ ਬੁੱਕਲ, ਚਾਦਰ ਦੀ ਬੁੱਕਲ ਮਾਰੀ ਸੀ। ਗੁਰੂ ਅੰਗਦ ਦੇਵ ਜੀ ਨੇ ਆਪਣੀਆਂ ਦੋਵੇਂ ਬਾਹਾਂ ਅਗਾਂਹ ਨੂੰ ਕੀਤੀਆਂ ਬਾਬਾ ਅਮਰਦਾਸ ਜੀ ਦੇ ਨਾਲ ਮਿਲਾਪ ਕਰਨ ਵਾਸਤੇ। ਪਰ ਵੇਖੋ ਉੱਥੇ ਬਾਬਾ ਅਮਰਦਾਸ ਜੀ ਨੇ ਕਿੰਨਾ ਬਾ ਕਮਾਲ ਬਚਨ ਕੀਤਾ। ਸਤਿਗੁਰੂ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਤੇ ਢਹਿ ਕੇ ਕਹਿੰਦੇ ਸਤਿਗੁਰੂ ਅੱਜ ਰਿਸ਼ਤੇਦਾਰੀ ਤੌਰ ਤੇ ਨਹੀਂ, ਅੱਜ ਤੇਰਾ ਸਿੱਖ ਬਣ ਕੇ ਆਇਆ, ਤੂੰ ਕਿਰਪਾ ਕਰਕੇ ਝੋਲੀ ਵਿੱਚ ਸਿੱਖੀ ਦੀ ਦਾਤ ਪਾ ਦੇ। ਕਿੱਡੀ ਅਨਮੋਲ ਹੈ ਖਾਲਸਾ ਜੀ ਸਿੱਖੀ। ਇਸੇ ਕਰਕੇ ਪੂਰਵਜਾਂ ਨੇ ਅਰਦਾਸ ਚ ਕਿਹਾ ਸਿੱਖਾਂ ਨੂੰ ਸਿੱਖੀ ਦਾਨ। ਸੋ ਇਸ ਤਰ੍ਹਾਂ ਸਤਿਗੁਰੂ ਨਾਲ ਮਿਲਾਪ ਹੋਇਆ। ਸਤਿਗੁਰੂ ਦੇ ਘਰ ਵਿੱਚ ਰਹਿ ਕੇ ਸੇਵਾ ਕੀਤੀ। 12 ਸਾਲ ਲਗਾਤਾਰ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਵਿੱਚ ਰਹਿ ਕੇ ਸੇਵਾ ਕੀਤੀ। ਨਿਮਰਤਾ ਵਿੱਚ ਰਹਿ ਕਰਕੇ, ਨਿਮਾਣੇ ਹੋ ਕਰਕੇ ਸੇਵਾ ਕਰਦੇ ਕਰਦੇ ਗੁਰੂ ਕਾ ਰੂਪ ਹੋ ਗਏ। ਹਿਰਦੇ ਵਿੱਚ ਟਿਕਾ ਦਿੱਤੀ, ਗੁਰੂ ਅਮਰਦਾਸ ਜੀ ਦੇ ਰੂਪ ਦੇ ਵਿੱਚ ਉਜਾਗਰ ਕਰ ਦਿੱਤਾ। ਪਰ ਵੇਖੋ ਸਤਿਗੁਰੂ ਨੇ ਕੈਸੀਆਂ ਮਹਾਨ ਬਖਸ਼ਿਸ਼ਾਂ ਸੰਗਤਾਂ ਤੇ ਕੀਤੀਆਂ। ਜੋ ਗੋਇੰਦਵਾਲ ਸਾਹਿਬ ਦੇ ਵਿੱਚ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਪਾਵਨ ਬੌਲੀ ਸਾਹਿਬ ਦੀ ਉਸਾਰੀ ਕਰਵਾਈ। ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਉਹ ਪਾਵਨ ਬੋਲੀ, ਉਹਦੇ ਵਿੱਚ ਵੀ ਮਹਾਰਾਜ ਨੇ ਗੁਰੂ ਨਾਨਕ ਦੇ ਘਰ ਦੀਆਂ ਰਹਿਮਤਾਂ ਬਖਸ਼ਿਸ਼ਾਂ ਭਰ ਦਿੱਤੀਆਂ। ਉਸ ਬੌਲੀ ਸਾਹਿਬ ਦੇ ਦੀਦਾਰਿਆਂ ਵਾਸਤੇ ਜਦੋਂ ਜਾਵਾਂਗੇ ਤੇ 84 ਪੌੜੀਆਂ ਖਾਲਸਾ ਜੀ ਉਸ ਬੌਲੀ ਦੀਆਂ ਨਜ਼ਰ ਆਉਣਗੀਆਂ। ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਵੀ ਜਿਹੜਾ ਵੀ ਕੋਈ ਗੁਰੂ ਕਾ ਸਿੱਖ ਇਸ ਪਾਵਨ ਬੌਲੀ ਦੇ ਵਿੱਚ ਇਸ਼ਨਾਨ ਕਰੇ ਤੇ 84 ਪੌੜੀਆਂ ਤੇ ਖੜੇ ਹੋ ਕਰਕੇ 84 ਵਾਰ ਹੀ ਜਪਜੀ ਸਾਹਿਬ ਦਾ ਪਾਠ ਕਰਕੇ ਫਿਰ ਇਸ਼ਨਾਨ ਕਰੇਗਾ, ਗੁਰੂ ਨਾਨਕ ਦੇ ਘਰ ਦੀ ਰਹਿਮਤਾਂ ਦੇ ਨਾਲ ਦੁਨੀਆ ਦੇ ਤਖਤੇ ਦੇ ਉੱਤੇ ਇਸ਼ਨਾਨ ਕਰਨ ਵਾਲੇ, ਜਪਜੀ ਸਾਹਿਬ ਦਾ ਪਾਠ ਕਰਨ ਵਾਲੇ ਸਿੱਖ ਦੀ 84 ਕੱਟੀ ਜਾਵੇਗੀ, ਜਨਮ ਮਰਨ ਦਾ ਗੇੜ ਹੀ ਕੱਟਿਆ ਜਾਵੇਗਾ। ਇਸ ਕਰਕੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਪੀਰਾਂ ਦਾ ਵੀ ਪੀਰ ਕਿਹਾ। ਅੱਜ ਤੱਕ ਦੁਨੀਆ ਤੇ ਐਸਾ ਮੁਰਸ਼ਿਦ ਨਹੀਂ ਹੋਇਆ ਜਿਹੜਾ 84 ਕੱਟ ਦਵੇ। ਪਰ ਸਤਿਗੁਰੂ ਨੇ ਐਸੀ ਬੋਲੀ ਦੀ ਦਾਤ ਦੇ ਦਿੱਤੀ ਕਿ ਜਿਹੜਾ ਉਸ ਬੋਲੀ ਸਾਹਿਬ ਦੇ ਵਿੱਚ 84 ਜਪਜੀ ਸਾਹਿਬ ਦੇ ਪਾਠ ਕਰਕੇ ਇਸ਼ਨਾਨ ਕਰੇ, ਗੁਰੂ ਅਮਰਦਾਸ ਜੀ ਦੀ ਰਹਿਮਤਾਂ ਦੇ ਨਾਲ ਖਾਲਸਾ ਜੀ
ਉਹਦੀ 84 ਕੱਟੀ ਜਾਂਦੀ ਹੈ, ਪਰ ਭਾਵਨਾ ਧਾਰ ਕੇ ਜਾਵੇ। ਦੂਸਰਾ, ਸਤਿਗੁਰੂ ਗੁਰੂ ਅਮਰਦਾਸ ਜੀ ਨੇ ਇਸ ਜੀਵ ਆਤਮਾ ਦੇ ਪਰਮ ਆਤਮਾ ਦੇ ਨਾਲ ਮਿਲਾਪ ਵਾਸਤੇ ਅਪਾਰ ਰਹਿਮਤਾਂ ਬਖਸ਼ਿਸ਼ਾਂ ਕਰਕੇ ਸਾਨੂੰ ਗੁਰੂ ਕੀ ਬਾਣੀ ਦਾ ਅਨਮੋਲ ਖਜ਼ਾਨਾ ਦਿੱਤਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਅੰਦਰ 17 ਰਾਗਾਂ ਦੇ ਵਿੱਚ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਬਾਣੀ ਉਚਾਰਨ ਕੀਤੀ। ਤੇ ਵੇਖੋ ਸਤਿਗੁਰੂ ਦੀ ਬਾਣੀ ਵੀ ਕਿੰਨੀ ਪ੍ਰੇਮਾ ਭਰੀ ਬਾਣੀ, ਕਿੰਨੀ ਰਸ ਭਰੀ, ਮਿਠਾਸ ਭਰੀ ਬਾਣੀ। ਦੁਨੀਆ ਦੇ ਤਖਤੇ ਦੇ ਉੱਤੇ ਖਾਲਸਾ ਜੀ, ਜੇ ਇਨਸਾਨ ਕਿਸੇ ਇਨਸਾਨ ਕੋਲ ਮੰਗਣ ਜਾਵੇ, ਹੋ ਸਕਦਾ ਇੱਕ ਵਾਰ ਮੱਥੇ ਤੇ ਤਿਉੜੀ ਪਾਵੇ, ਪਰ ਵੇਖੋ ਗੁਰੂ ਅਮਰਦਾਸ ਜੀ ਕਿੱਡੇ ਦਿਆਲੂ ਕਿਰਪਾਲੂ ਨੇ। ਗੁਰੂ ਕਾ ਸਿੱਖ ਰੋਜ਼ਾਨਾ ਗੁਰੂ ਕੋਲ ਮੰਗਣ ਆਉਂਦਾ ਹੈ, ਪਰ ਸਤਿਗੁਰੂ ਫਿਰ ਵੀ ਕਦੇ ਅੱਕਦੇ ਨਹੀਂ, ਥੱਕਦੇ ਨਹੀਂ। ਸਿੱਖ ਰੋਜ਼ਾਨਾ ਮੰਗਣ ਆਉਂਦਾ ਹੈ। ਜਿੰਨੀ ਵਾਰ ਵੀ ਮੰਗਣ ਆਵਾਂਗੇ, ਗੁਰੂ ਅਮਰਦਾਸ ਜੀ ਬਾਹਾਂ ਖਿਲਾਰ ਕੇ ਕਹਿਣਗੇ, ਆਵੋ ਸਿੱਖ ਸਤਿਗੁਰ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਇਹ ਸਤਿਗੁਰੂ ਏਡਾ ਦਿਆਲੂ ਕਿਰਪਾਲੂ ਹੈ। ਬੰਦਾ ਝੋਲੀ ਭਰਾਉਂਦਾ ਤੇ ਥੱਕ ਜਾਂਦਾ, ਪਰ ਸਤਿਗੁਰੂ ਦਾਤਾਂ ਵੰਡਦਾ ਨਹੀਂ ਥੱਕਦਾ। ਦਿੰਦਾ ਦੇ, ਲੈਂਦੇ ਥੱਕ ਪਾਹੇ। ਬੰਦਾ ਲੈਂਦਾ ਥੱਕ ਜਾਵੇਗਾ, ਪਰ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਝੋਲੀ ਭਰਦੇ ਨਹੀਂ ਥੱਕਦੇ। ਇੱਕ ਹੋਰ ਝਲਕ ਮੈਂ ਸਤਿਗੁਰੂ ਦੇ ਜੀਵਨ ਦੇ ਵਿੱਚੋਂ ਪਾਵਾਂ। ਇੱਕ ਗੁਰੂ ਕਾ ਸਿੱਖ ਹੋਇਆ ਲੰਗਾ। ਖਾਲਸਾ ਜੀ ਦੀ ਇੱਕ ਲੱਤ ਕੰਮ ਨਹੀਂ ਸੀ ਕਰਦੀ, ਲੰਗੜਾ ਸੀ। ਕਹਿੰਦੇ ਹਾੜੀ ਦੇ ਨਾਲ ਰੋਜ਼ਾਨਾ ਗੋਇੰਦਵਾਲ ਸਾਹਿਬ ਧੰਨ ਗੁਰੂ ਅਮਰਦਾਸ ਜੀ ਦੀ ਸੇਵਾ ਵਾਸਤੇ ਆਉਣਾ, ਦਹੀਂ ਲੈ ਕਰਕੇ ਸਤਿਗੁਰੂ ਨੂੰ ਭੋਗ ਲਵਾਉਣ ਲਈ। ਕਹਿੰਦੇ ਨੇਮ ਅਨੁਸਾਰ ਆਉਂਦਾ ਸੀ। ਅੱਜ ਵੀ ਆਉਣ ਲੱਗਾ, ਪਿੰਡ ਦੇ ਚੌਧਰੀ ਨੇ ਮਖੌਲ ਕੀਤਾ ਵੀ ਕੀ ਕਰਨ ਵਾਸਤੇ ਗੁਰੂ ਕੋਲ ਜਾਣਾ। ਜਿਹੜੇ ਗੁਰੂ ਕੋਲ ਰੋਜ਼ ਦਹੀਂ ਲੈ ਕੇ ਜਾਣਾ, ਉਹ ਗੁਰੂ ਤੇ ਤੇਰੀ ਲੱਤ ਵੀ ਠੀਕ ਨਹੀਂ ਕਰ ਸਕਦਾ। ਖਾਲਸਾ ਜੀ, ਪਰ ਸਿੱਖ ਭਰੋਸੇ ਵਾਲਾ ਸੀ। ਇਹ ਨਹੀਂ ਵੀ ਕਿਸੇ ਨੇ ਕਿਹਾ ਤੇ ਟੁੱਟ ਗਿਆ। ਫਿਰ ਵੀ ਭਾਵਨਾ ਧਾਰ ਕੇ ਗੁਰੂ ਅਮਰਦਾਸ ਜੀ ਕੋਲ ਆਏ। ਪਰ ਆਉਂਦੇ ਹੋਏ ਕਹਿੰਦੇ ਉਸ ਚੌਧਰੀ ਨੇ ਉਸ ਸਿੱਖ ਲੰਗਾ ਦੀ ਕਹਿੰਦੇ ਫਹਾੜੀ ਉਹ ਖੋਹ ਲਈ। ਇਸ ਕਰਕੇ ਉਹਨਾਂ ਨੂੰ ਬਿਨਾਂ ਫਹਾੜੀ ਤੋਂ ਵੀ ਆਉਣਾ ਪਿਆ ਤੇ ਦੇਰੀ ਹੋ ਗਈ। ਗੁਰੂ ਅਮਰਦਾਸ ਜੀ ਨੇ ਦੇਰੀ ਦਾ ਕਾਰਨ ਪੁੱਛਿਆ। ਸਿੱਖ ਲੰਗਾ ਨੇ ਸਾਰੀ ਵਾਰਤਾ ਦੱਸੀ। ਗੁਰੂ ਅਮਰਦਾਸ ਜੀ ਮਹਾਰਾਜ ਮੁਸਕਰਾ ਕੇ ਕਹਿੰਦੇ, ਜਾ ਇੱਕ ਸ਼ਾਹ ਹੁਸੈਨ ਹੈ ਲਾਹੌਰ, ਉਹਦੇ ਕੋਲ ਜਾ, ਉਹ ਤੇਰਾ ਇਲਾਜ ਕਰ ਦੇਵੇਗਾ। ਸਤਿਗੁਰੂ ਦੇ ਬਚਨਾਂ ਦੇ ਉੱਤੇ ਭਰੋਸਾ ਧਾਰ ਕੇ ਸਿੱਖ ਲੰਗਾ ਸ਼ਾਹ ਹੁਸੈਨ ਕੋਲ ਆਏ। ਆ ਕਰਕੇ ਬਚਨ ਕੀਤਾ ਵੀ ਮੈਨੂੰ ਗੁਰੂ ਅਮਰਦਾਸ ਜੀ ਨੇ ਭੇਜਿਆ, ਮੇਰਾ ਇਲਾਜ ਕਰ ਦਿਓ। ਤੇ ਖਾਲਸਾ ਜੀ ਅੱਗੋਂ ਉਸ ਫਕੀਰ ਨੇ ਕਹਿੰਦੇ ਬੜੇ ਰੁੱਖੇ ਜੇ ਪਣ ਦੇ ਨਾਲ ਕਹਿੰਦੇ ਡਾਂਗ ਮਾਰ ਕੇ ਕਿਹਾ, ਜਾ ਭੱਜ ਜਾ, ਮੇਰੇ ਕੋਲ ਵੇਲ ਕੋਈ ਨਹੀਂ। ਤੇ ਜਦੋਂ ਡਾਂਗ ਮਾਰੀ ਤੇ ਕਹਿੰਦੇ ਜਿਹੜਾ ਸਿੱਖ ਲੰਗਾ ਇੱਕ ਲੱਤ ਕੰਮ ਨਹੀਂ ਸੀ ਕਰਦੀ, ਉਹਦੀ ਲੱਤ ਕੰਮ ਕਰਨ ਲੱਗ ਪਈ, ਦੌੜਨ ਲੱਗ ਪਿਆ। ਜਦੋਂ ਲੱਤ ਠੀਕ ਹੋ ਗਈ, ਸ਼ਾਹ ਹੁਸੈਨ ਦੇ ਸਾਹਮਣੇ ਹੱਥ ਜੋੜ ਕੇ ਕਹਿਣ ਲੱਗੇ, ਤੁਹਾਡਾ ਸ਼ੁਕਰ ਤੁਸੀਂ ਮੇਰਾ ਇਲਾਜ ਕੀਤਾ। ਉਹ ਹੱਸ ਕੇ ਕਹਿਣ ਲੱਗਾ, ਸਿੱਖਾ ਕਰਨ ਕਰਾਵਣ ਕੋਈ ਹੋਰ ਹੈ, ਮੈਂ ਕਰਨ ਵਾਲਾ ਨਹੀਂ। ਇਹ ਗੁਰੂ ਅਮਰਦਾਸ ਦਾ ਸੁਭਾਅ ਹੈ, ਉਹ ਨਿਮਾਣਿਆਂ ਨੂੰ ਮਾਣ ਬਖਸ਼ਦਾ ਹੈ। ਮੈਂ ਤੇ ਖੁਦ ਗੁਰੂ ਅਮਰਦਾਸ ਦੇ ਚਰਨਾਂ ਦੀ ਧੂੜੀ ਲੋਚਦਾ। ਸਿੱਖਾ ਗੁਰੂ ਅਮਰਦਾਸ ਨੇ ਬਚਨ ਕੀਤੇ ਸੀ ਇਲਾਜ ਉੱਥੋਂ ਹੋਵੇਗਾ, ਤਾਂ ਇਲਾਜ ਹੋਇਆ। ਸੱਚ ਜਾਣੀ, ਜੇ ਤੇਰੀ ਬੰਦ ਖਲਾਸੀ ਕੀਤੀ ਹੈ ਤੇ ਗੁਰੂ ਨੇ ਕੀਤੀ ਹੈ, ਮੈਂ ਨਹੀਂ ਕੀਤੀ। ਜੇ ਚਰਨ ਫੜਨੇ ਗੁਰੂ ਅਮਰਦਾਸ ਦੇ ਫੜ। ਸੋ ਮੇਰੇ ਕਹਿਣ ਤੋਂ ਭਾਵ ਇਹ ਰਹਿਮਤਾਂ ਕਰਾਮਾਤਾਂ ਬਖਸ਼ਿਸ਼ਾਂ ਦੇ ਮਾਲਕ ਧੰਨ ਗੁਰੂ ਅਮਰਦਾਸ ਜੀ ਨੇ। ਤੇ ਖਾਲਸਾ ਜੀ ਬੇਨਤੀ ਕਰਾਂ, ਅੱਜ ਵੀ ਜੋ ਸਤਿਗੁਰੂ ਨੇ ਬਚਨ ਕੀਤੇ ਨਾ, ਆਵੋ ਸਜਣਾ ਹੋ ਦੇਖਾ ਦਰਸ਼ਨ ਤੇਰਾ ਰਾਮ, ਕਿ ਹੇ ਪ੍ਰਮਾਤਮਾ ਸਤਿਗੁਰੂ ਗੁਰੂ ਅਮਰਦਾਸ ਜੀ ਕਿਰਪਾ ਕਰੋ, ਸਾਡੇ ਘਰ 'ਚ ਮੁਬਾਰਕ ਚਰਨ ਪਾਓ। ਅੱਜ ਨੇਮ ਬਣਾਓ ਵੀ ਅੱਜ ਘਰ ਦੇ ਵਿੱਚ ਗੁਰੂ ਅਮਰਦਾਸ ਜੀ ਦੀ ਯਾਦ ਵਿੱਚ ਭਿੱਜ ਕੇ ਆਨੰਦ ਸਾਹਿਬ ਦਾ ਜਾਪ ਕਰਕੇ ਗੁਰੂ ਨੂੰ ਆਵਾਜ਼ ਲਾਵਾਂਗੇ। ਜਿਹੜਾ ਵੀ ਸਿੱਖ ਅੱਜ ਆਨੰਦ ਸਾਹਿਬ ਦਾ ਪਾਠ ਕਰਕੇ ਗੁਰੂ ਨੂੰ ਆਵਾਜ਼ ਲਾਵੇਗਾ, ਚੇਤੇ ਰੱਖਿਓ ਗੁਰੂ ਅਮਰਦਾਸ ਜੀ ਉਸ ਸਿੱਖ ਦੇ ਘਰ ਵਿੱਚ ਚੌਂਕੜਾ ਲਾ ਕੇ ਸ਼ੁਭਾਏਮਾਨ ਹੋ ਜਾਣਗੇ। ਸੋ ਐਸੇ ਦੀਨ ਦਿਆਲ ਸਤਿਗੁਰੂ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਮੁੱਚੀਆਂ ਸੰਗਤਾਂ ਨੂੰ ਬੇਅੰਤ ਵਧਾਈਆਂ।
ਆਓ ਪਾਵਨ ਮੁਖਵਾਕ ਦੀ ਵਿਚਾਰ ਨੂੰ ਅਗਾਂਹ ਆਰੰਭ ਕਰੀਏ। ਸਤਿਗੁਰੂ ਗੁਰੂ ਨਾਨਕ ਸਾਹਿਬ ਬਚਨ ਕਰਦੇ ਨੇ ਕਿ ਭਾਈ ਉਸ ਪਰਮਾਤਮਾ ਅੱਗੇ ਦੁਹਾਈ ਪਾ ਕਿ ਮੈਂ ਤੇਰੇ ਦਰਸ਼ਨਾਂ ਨੂੰ ਲੋਚਦਾ, ਕਿਰਪਾ ਕਰਕੇ ਮੇਰੇ ਹਿਰਦੇ ਰੂਪੀ ਘਰ ਦੇ ਵਿੱਚ ਆਪਣੇ ਮੁਬਾਰਕ ਚਰਨ ਪਾ ਦੇ। ਘਰ ਆਪਨੜੈ ਖੜੀ ਤੱਕਾ, ਮੈਂ ਮਨ ਚਾਉ ਕਨੇਰਾ RAM। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿ ਰਹੇ ਇਹ ਭਾਵਨਾ ਹੋਵੇ ਕਿ ਆਪਣੇ ਘਰ ਦੇ ਵਿੱਚ ਖੜੇ ਹੋ ਕਰਕੇ ਤੂੰ ਉਹਦੀ ਉਡੀਕ ਕਰਦਾ ਹੋਵੇਂ। ਖਾਲਸਾ ਜੀ ਆਪਾਂ ਕਹਿੰਨੇ ਨਿਤਨੇਮ ਕਰਦੇ ਬਾਣੀ ਪੜ੍ਹਦੇ ਹੋਏ ਆਨੰਦ ਨਹੀਂ ਆ ਰਿਹਾ। ਬੇਨਤੀ ਕਰਾਂ ਇਸ ਭਾਵਨਾ ਨਾਲ ਬਾਣੀ ਪੜੋ ਵੀ ਗੁਰੂ ਨੂੰ ਆਵਾਜ਼ਾਂ ਲਾਉਣੀਆਂ, ਗੁਰੂ ਦੀ ਉਡੀਕ ਕਰਨੀ ਹੈ। ਜੇ ਗੁਰੂ ਨੂੰ ਆਵਾਜ਼ ਲਾਵਾਂਗੇ ਤੇ ਗੁਰੂ ਨੇ ਫੇਰਾ ਵੀ ਪਾਉਣਾ। ਤੇ ਮੈਂ ਇੱਕ ਬੇਨਤੀ ਜ਼ਰੂਰ ਕਰਦਾ ਵੀ ਜਦੋਂ ਸਿੱਖ ਨਿਤਨੇਮ ਦੀ ਪੋਥੀ ਹੱਥ ਵਿੱਚ ਪਕੜਦਾ ਨਾ ਸਤਿਗੁਰੂ ਤੇ ਉਦੋਂ ਹੀ ਚੌਂਕੜਾ ਲਾ ਕੇ ਬੈਠ ਜਾਂਦੇ ਨੇ, ਬਸ ਸਾਡੀ ਵੇਖਣ ਵਾਲੀ ਅੱਖ ਨਹੀਂ ਹੁੰਦੀ। ਸੋ ਸਤਿਗੁਰੂ ਕਹਿੰਦੇ ਭਾਵਨਾ ਬਣਾ ਕਿ ਮੈਂ ਆਪਣੇ ਘਰ ਦੇ ਵਿੱਚ ਖੜੀ ਹੋ ਕਰਕੇ ਉਡੀਕ ਕਰ ਰਹੀ ਹਾਂ ਤੇ ਮੇਰੇ ਮਨ ਦੇ ਵਿੱਚ ਕੇਵਲ ਇਹੀ ਚਾਹ ਹੈ ਕਿ ਮੈਂ ਕਿਤੇ ਇੱਕ ਵਾਰ ਸਗਲ ਭਵਨ ਕੇ ਨਾਇਕਾ ਇੱਕ ਛਿਣ ਦਰਸ਼ ਦਿਖਾਏ ਜੀ, ਝਲਕ ਮਾਤਰ ਹੀ ਪਰਮਾਤਮਾ ਦੇ ਦੀਦਾਰੇ ਪਾ ਲਵਾ। ਮਨ ਚਾਉ ਕਨੇਰਾ ਸੁਨ ਪ੍ਰਭ ਮੇਰਾ, ਮੈਂ ਤੇਰਾ ਪਰਵਾਸਾ। ਸਤਿਗੁਰੂ ਕਹਿੰਦੇ ਹੈ ਪ੍ਰਮਾਤਮਾ, ਹੈ ਅਕਾਲ ਪੁਰਖ ਵਾਹਿਗੁਰੂ ਜੀ, ਮੇਰੇ ਮਨ ਦੇ ਵਿੱਚ ਚਾਹ ਹੈ ਤੇ ਮੇਰੇ ਮਨ ਵਿੱਚ ਕੇਵਲ ਤੇ ਕੇਵਲ ਤੇਰੇ ਤੇ ਹੀ ਭਰੋਸਾ ਹੈ ਕਿ ਜੇ ਮੈਂ ਤੇਰੇ ਤੇ ਆਸ ਟਿਕਾਈ ਹੈ ਤੇ ਪ੍ਰਮਾਤਮਾ ਤੂੰ ਮੇਰੇ ਘਰ ਵਿੱਚ ਚਰਨ ਜ਼ਰੂਰ ਪਾਵੇਂਗਾ। ਦਰਸ਼ਨ ਦੇਖ ਭਾਈ ਨੇ ਕੇਵਲ, ਜਨਮ ਮਰਨ ਦੁਖ ਨਾਸਾ। ਕਿਉਂਕਿ ਸਤਿਗੁਰੂ ਦੇ ਦੀਦਾਰਿਆਂ ਦੇ ਵਿੱਚ ਦਰਸ਼ਨਾਂ ਦੇ ਵਿੱਚ ਇਹ ਤਾਕਤ ਹੈ ਕਿ ਦਰਸ਼ਨ ਕੀਤਿਆਂ ਹੀ ਖਾਲਸਾ ਜੀ ਦੁੱਖ ਦੂਰ ਹੋ ਜਾਂਦੇ। ਇਸੇ ਕਰਕੇ ਗੁਰੂ ਕੀ ਬਾਣੀ ਦੇ ਵਿੱਚ ਆਉਂਦਾ, ਧੰਨ ਧੰਨ ਗੁਰੂ ਜਿਨੀ ਨਾਮ ਅਰਾਧਿਆ, ਆਪ ਤਰਿਆ ਜਿਨੀ ਡਿਠਾ ਤਿਨਾ ਲੈ ਛਡਾਏ। ਖਾਲਸਾ ਜੀ ਸਤਿਗੁਰੂ ਕਹਿੰਦੇ ਜਿਹੜਾ ਗੁਰੂ ਦੇ ਕੇਵਲ ਦੀਦਾਰੀ ਭਾਵਨਾ ਨਾਲ ਕਰ ਲਵੇ ਉਹਦੇ ਦੁੱਖ ਦੂਰ ਹੋ ਜਾਂਦੇ, ਪਰ ਕਿਤੇ ਦਰਸ਼ਨ ਕਰਨ ਦੀ ਜਾਚ ਆ ਜਾਵੇ। ਸੋ ਸਤਿਗੁਰੂ ਕਹਿੰਦੇ ਜਿਹੜਾ ਦਰਸ਼ਨ ਕਰਦਾ ਉਹਦੇ ਜਨਮ ਮਰਨ ਦੇ ਦੁੱਖਾਂ ਦਾ ਨਾਸ਼ ਹੋ ਜਾਂਦਾ। ਸਗਲੀ ਜੋਤ ਜਾਤਾ ਤੂੰ ਸੋਈ, ਮਿਲਿਆ ਭਾਏ ਸੁਭਾਏ। ਤੇ ਗੁਰੂ ਦੇ ਦੀਦਾਰਿਆਂ ਦੀ ਝਲਕ ਉਦੋਂ ਹੀ ਪ੍ਰਾਪਤ ਹੁੰਦੀ ਹੈ ਜਦੋਂ ਇਹ ਪਛਾਣ ਹੋਵੇ ਕਿ ਜਿਤਨੀਆਂ ਵੀ ਸੰਸਾਰ ਦੇ ਵਿੱਚ ਮੂਰਤਾਂ ਨਜ਼ਰ ਆ ਰਹੀਆਂ ਸਭਨਾਂ ਵਿੱਚ ਪ੍ਰਮਾਤਮਾ ਦੀ ਜੋਤ ਹੈ। ਸਭ ਮਹਿ ਜੋਤ, ਜੋਤ ਹੈ ਸੋਏ ਤਿਸਦਾ ਚਾਨਣ, ਸਭ ਮਹਿ ਚਾਨਣ ਹੋਏ। ਸਾਰਿਆਂ ਵਿੱਚ ਰੱਬ ਦੀ ਜੋਤ ਵਰਤਦੀ ਹੈ। ਏਕ ਮੂਰਤ ਅਨੇਕ ਦਰਸ਼ਨ, ਕੀਨ ਰੂਪ ਅਨੇਕ। ਹਰ ਇੱਕ ਦੇ ਵਿੱਚ ਪਰਮਾਤਮਾ ਦੀ ਜੋਤ ਵਰਤ ਰਹੀ ਹੈ, ਪਰ ਮਿਲਦਾ ਉਹ ਆਪਣੀ ਮੌਜ ਦੇ ਵਿੱਚ ਹੈ। ਨਾਨਕ ਸਾਜਨ ਕੋ ਬਲ ਜਾਈਐ, ਸਾਚ ਮਿਲੇ ਘਰ ਆਏ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਐਸੇ ਸੱਜਣ ਪ੍ਰਮਾਤਮਾ ਦੇ ਉੱਤੇ ਬਲਿਹਾਰੇ ਜਾ। ਦੁਨੀਆ ਦੇ ਤਖਤੇ ਦੇ ਉੱਤੇ ਖਾਲਸਾ ਜੀ ਲੋਕ ਪੀਰਾਂ ਫਕੀਰਾਂ ਪੈਗੰਬਰਾਂ ਦੇ ਦੀਦਾਰਿਆਂ ਵਾਸਤੇ ਘਰੋਂ ਚੱਲ ਕੇ ਜਾਂਦੇ ਸਨ। ਦੁਨੀਆ ਦੇ ਤਖਤੇ ਤੇ ਕੇਵਲ ਮੁਰਸ਼ਦ ਗੁਰੂ ਨਾਨਕ ਹੈ ਜਿਨ੍ਹਾਂ ਨੇ ਖੁਦ ਇਹ ਉਡੀਕ ਨਹੀਂ ਕੀਤੀ ਕੋਈ ਦੁਖੀ ਚੱਲ ਕੇ ਆਵੇ। ਗੁਰੂ ਨਾਨਕ ਸਾਹਿਬ ਨੂੰ ਜਿੱਥੇ ਪਤਾ ਲੱਗਾ ਕੋਈ ਦੁਖੀ ਰਹਿੰਦਾ, ਬਾਬਾ ਜੀ ਨੇ ਦੁਖੀ ਦੇ ਘਰ ਦਾ ਬੂਹਾ ਖੜਕਾ ਕੇ ਵੀ ਉਹਦੇ ਦੁੱਖ ਦੂਰ ਕੀਤੇ। ਸਤਿਗੁਰੂ ਕਹਿੰਦੇ ਐਸੇ ਸੱਜਣ ਤੋਂ ਬਲਿਹਾਰੇ ਜਾ ਜਿਹੜਾ ਖੁਦ ਚੱਲ ਕਰਕੇ ਤੇਰੇ ਘਰ ਦੇ ਵਿੱਚ ਫੇਰਾ ਪਾਉਂਦਾ ਹੈ। ਘਰ ਆਏ ਅੜੇ ਸਾਜਨਾ, ਤਾਂ ਧਨ ਖਰੀ ਸਰਸੀ RAM। ਕਹਿੰਦੇ ਜਦੋਂ ਅਕਾਲ ਪੁਰਖ ਵਾਹਿਗੁਰੂ ਪਰਮਾਤਮ ਸੱਜਣ ਘਰ ਦੇ ਵਿੱਚ ਆ ਕਰਕੇ ਫੇਰਾ ਪਾ ਦਿੰਦੇ ਤਾਂ ਜਾ ਕਰਕੇ ਖਾਲਸਾ ਜੀ ਪ੍ਰਮਾਤਮਾ ਦੇ ਨਾਮ ਰੂਪੀ ਧਨ ਦੀ ਪ੍ਰਾਪਤੀ ਹੁੰਦੀ ਹੈ। ਹਰ ਮੋਹਿ ਅੜੀ ਸਾਚ ਸ਼ਬਦ, ਠਾਕੁਰ ਦੇਖ ਰਹੰਸੀ RAM। ਪਰ ਪ੍ਰਮਾਤਮਾ ਦੇ ਗੁਰੂ ਦੀ ਜੋਤ ਦੇ ਦੀਦਾਰੇ ਜਦੋਂ ਖਾਲਸਾ ਜੀ ਸਾਡਾ ਮੋਹ ਸਾਡਾ ਪ੍ਰੇਮ ਸੱਚੇ ਸ਼ਬਦ ਦੇ ਨਾਲ ਪੈ ਜਾਂਦਾ ਹੈ, ਸ਼ਬਦ ਦੇ ਨਾਲ ਜਦੋਂ ਮੋਹ ਪੈਂਦਾ ਪ੍ਰੇਮ ਪੈਂਦਾ, ਸੱਚਾ ਨਾਮ ਆਧਾਰ ਬਣ ਜਾਂਦਾ ਹੈ,
ਫਿਰ ਇਨ੍ਹਾਂ ਨੇਤਰਾਂ ਦੇ ਨਾਲ ਕਹੈ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਇਨ੍ਹਾਂ ਹੀ ਨੇਤਰਾਂ ਦੇ ਨਾਲ ਗੁਰੂ ਦੇ ਦੀਦਾਰੇ ਹੁੰਦੇ ਨੇ। ਗੁਣ ਸੰਗ ਰਹੰਸੀ ਖਰੀ ਸਰਸੀ ਜਾਂ ਰਾਵੀ ਰੰਗ ਰਾਤੈ। ਤੇ ਜਦੋਂ ਪਰਮਾਤਮਾ ਦੇ ਦੀਦਾਰੇ ਹੋ ਜਾਂਦੇ, ਇਹ ਦੀਦਾਰਿਆਂ ਦੀ ਵਡਿਆਈ ਦੱਸਦੇ, ਜਦੋਂ ਦੀਦਾਰੇ ਹੋ ਜਾਂਦੇ, ਜਿਸ ਨੂੰ ਵੀ ਦੀਦਾਰੇ ਹੋਣ ਉਹ ਫਿਰ ਭਗਤ ਧੰਨਾ ਦੀ ਤਰ੍ਹਾਂ, ਭਗਤ ਨਾਮਦੇਵ ਦੀ ਤਰ੍ਹਾਂ, ਭਗਤ ਫਰੀਦ ਦੀ ਤਰ੍ਹਾਂ, ਭਗਤ ਕਬੀਰ ਜੀ ਦੀ ਤਰ੍ਹਾਂ ਪਰਮਾਤਮਾ ਦੇ ਗੁਣਾਂ ਦੇ ਵਿੱਚ ਸਮਾ ਜਾਂਦਾ ਹੈ ਤੇ ਸਦਾ ਪਰਮਾਤਮਾ ਦੇ ਨਾਮ ਦੇ ਵਿੱਚ ਰੰਗਿਆ ਜਾਂਦਾ ਹੈ। ਐਸਾ ਰੰਗ ਚੜ ਜਾਂਦਾ ਹੈ ਨਾਮ ਦਾ, ਬੰਦ-ਬੰਦ ਕੱਟਿਆ ਜਾਂਦਾ ਹੈ, ਖੋਪੜ ਲੈ ਜਾਂਦਾ ਹੈ, ਪਰ ਪਰਮਾਤਮਾ ਦੇ ਨਾਮ ਦਾ ਰੰਗ ਨਹੀਂ ਲੈਂਦਾ। ਅਵਗਨ ਮਾਰ ਗੁਣੀ ਘਰ ਛਾਇਆ ਪੂਰੇ ਪੁਰਖ ਵਿਧਾਤਾ। ਤੇ ਸੱਚੇ ਸ਼ਬਦ ਦੀ, ਪਰਮਾਤਮਾ ਦੇ ਦੀਦਾਰਿਆਂ ਦੀ ਬਰਕਤ ਦੇ ਨਾਲ ਕਹਿੰਦੇ ਬੰਦੇ ਦੇ ਅਵਗਣ ਮਰ ਜਾਂਦੇ ਨੇ, ਅਵਗਣ ਖਤਮ ਹੋ ਜਾਂਦੇ ਨੇ। ਊਤਮ ਸੰਗਤ ਊਤਮ ਹੋਵੇ, ਗੁਣ ਕੋ ਧਾਵੈ ਅਵਗੁਣ ਧੋਵੈ। ਤੇ ਹਿਰਦੇ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਪੁਰਖ ਵਿਧਾਤਾ ਖੁਦ ਚੌਂਕੜਾ ਲਾ ਕਰਕੇ ਬਿਰਾਜਮਾਨ ਹੋ ਜਾਂਦਾ ਹੈ। ਤਸਕਰ ਮਾਰ ਵਸੀ ਪੰਚਾਇਣ ਅਦਲ ਕਰੇ ਵਿਚਾਰੇ। ਤਸਕਰ ਮਾਰ ਭਾਵ ਜਿਹੜੇ ਅੰਦਰ ਚੋਰ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਜਿਨ੍ਹਾਂ ਚੋਰਾਂ ਦੇ ਕਾਰਨ ਸਾਡਾ ਮਨ, ਸਾਡੀ ਆਤਮਾ ਗੁਲਾਮ ਹੋਈ ਹੈ। ਕਹਿੰਦੇ ਗੁਰੂ ਦੀ ਸ਼ਬਦ ਦੀ ਬਰਕਤ ਦੇ ਨਾਲ ਪੰਜੇ ਵਿਕਾਰਾਂ ਰੂਪੀ ਚੋਰ ਮਰ ਜਾਂਦੇ ਨੇ। ਤੇ ਇਹ ਮਨ, ਇਹ ਗੁਲਾਮ ਨਹੀਂ, ਇਹ ਫਿਰ ਸਰੀਰ ਦਾ ਮਾਲਕ ਹੋ ਜਾਂਦਾ ਹੈ। ਮਨ ਜੀਤਾ ਜਗਜੀਤ ਨੂੰ ਹਾਸਲ ਹੋ ਜਾਂਦਾ ਹੈ। ਨਾਨਕ RAM ਨਾਮ ਨਿਸਤਾਰਾ ਗੁਰਮਤ ਮਿਲਹਿ ਪਿਆਰੇ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਪਰਮਾਤਮਾ ਦੇ ਨਾਮ ਨੇ ਸੰਸਾਰ ਰੂਪੀ ਭਵ ਸਾਗਰ ਤਾਰਨਾ ਹੈ। ਤੇ ਜਿਹੜਾ ਗੁਰੂ ਦੀ ਦੱਸੀ ਮਤ ਨੂੰ ਧਾਰਨ ਕਰਦਾ ਹੈ ਉਹਨੂੰ ਹੀ ਪਰਮਾਤਮਾ ਪਿਆਰਾ ਮਿਲਦਾ ਹੈ। ਵਰ ਪਾਇੜਾ ਬਾਲੜੀਏ ਆਸਾ ਮਨਸਾ ਪੂਰੀ RAM। ਹੁਣ ਜਿਨ੍ਹਾਂ ਨੂੰ ਪ੍ਰਾਪਤੀ ਹੋ ਗਈ, ਸਤਿਗੁਰੂ ਕਹਿੰਦੇ ਜਿਨ੍ਹਾਂ ਜੀਵ ਰੂਪੀ ਇਸਤਰੀਆਂ ਨੂੰ ਵਰ ਮਿਲ ਗਿਆ ਉਹਨਾਂ ਦੇ ਮਨ ਦੀਆਂ ਇਛਾਵਾਂ ਆਸਾ ਮਨਸਾ ਪੂਰਨ ਹੋ ਗਈਆਂ। ਫਿਰ ਰਾਵੇ ਅੜੀ ਸ਼ਬਦ ਰਲੀ ਰਵ ਰਹਿਆ ਨਹਿ ਦੂਰੀ RAM। ਕਿਉਂਕਿ ਜਦੋਂ ਫਿਰ ਪਰਮਾਤਮਾ ਮਿਲ ਜਾਵੇ ਸੰਸਾਰ ਦੀਆਂ ਭੁੱਖਾਂ ਦੂਰ ਹੋ ਜਾਂਦੀਆਂ। ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਭੁੱਖਾਂ ਦੂਰ ਹੋ ਜਾਂਦੀਆਂ। ਤੇ ਜਿਹੜਾ ਰੱਬ ਪਹਿਲਾਂ ਦੂਰ ਜਾਪਦਾ ਸੀ ਉਹ ਪਰਮਾਤਮਾ ਹੁਣ ਕਹਿ ਰਵਿਦਾਸ ਹਾਥ ਪੈ ਨੇਰੇ, ਉਹ ਪਰਮਾਤਮਾ ਹੱਥਾਂ ਤੋਂ ਵੀ ਨਜ਼ਦੀਕ ਜਾਪਦਾ ਹੈ। ਪ੍ਰਭ ਦੂਰ ਨਾ ਹੋਈ ਘਟ ਘਟ ਸੋਈ ਤਿਸ ਕੀ ਨਾਰ ਸਬਾਈ। ਕਿਉਂਕਿ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਕਿਤੇ ਦੂਰ ਨਹੀਂ ਵਸਦਾ, ਉਹ ਘਟ ਘਟ ਵਿਆਪਕ ਹੈ, ਜਲੇ ਹੈ ਥਲੇ ਹੈ। ਪਰਮਾਤਮਾ ਤੇ ਸਾਡੇ ਹਿਰਦੇ ਦੇ ਅੰਦਰ ਵਸਦਾ ਹੈ। ਆਪੇ ਰਸੀਆ ਆਪੇ ਰਾਵੇ ਜਿਉ ਤਿਸ ਦੀ ਵਡਿਆਈ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਹੀ ਸਾਰੇ ਰਸਾਂ ਦਾ ਮਾਲਕ ਹੈ ਤੇ ਖੁਦ ਹੀ ਸਾਰੇ ਰਸ ਮਾਣਦਾ ਹੈ, ਸਾਰੇ ਰੰਗ ਬਣਾਉਂਦਾ ਹੈ, ਸਾਰੇ ਰੰਗਾਂ ਨੂੰ ਮਾਣਦਾ ਹੈ। ਇਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਮੌਜ ਹੈ ਕਿ ਕੁਦਰਤ ਸਾਜ ਕਰਕੇ ਕੁਦਰਤ ਦੇ ਵਿੱਚ ਖੁਦ ਆਸਣ ਲਾ ਕਰਕੇ ਬੈਠ ਜਾਂਦਾ ਹੈ। ਅਮਰਿਆ ਡੋਲ ਅਮੋਲ ਅਪਾਰਾ ਗੁਰਪੂਰੈ ਸੱਚ ਪਾਈਐ। ਤੇ ਪਰਮਾਤਮਾ ਅਮਰ ਅਡੋਲ ਅਮੋਲ ਅਪਾਰਾ, ਪਰਮਾਤਮਾ ਦੇ ਨਾਮ ਦਾ ਮੁੱਲ ਕੋਈ ਨਹੀਂ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਨਾਮ ਅਡੋਲ ਹੈ, ਜਿਹੜਾ ਨਾਮ ਜਪ ਲਵੇ ਉਹ ਵੀ ਅਡੋਲ ਚਿੱਤ ਹੋ ਜਾਂਦਾ ਹੈ। ਪਰ ਪ੍ਰਾਪਤੀ ਤਾਂ ਹੁੰਦੀ ਹੈ ਜੇ ਪੂਰੇ ਗੁਰੂ ਦੀ ਕਿਰਪਾ ਹੋ ਜਾਵੇ। ਨਾਨਕ ਆਪੇ ਜੋਗ ਸੰਜੋਗੀ ਨਦਰ ਕਰੇ ਲਿਵ ਲਾਈਐ। ਪਰਮਾਤਮਾ ਨਾਲ ਉਹੀ ਮਿਲਦਾ ਜਿਹਨੂੰ ਪਰਮਾਤਮਾ ਮਿਲਾ ਲਵੇ, ਨਾਮ ਉਹੀ ਜਪਦਾ ਜਿਹਨੂੰ ਨਾਮ ਜਪਵਾ ਲਵੇ। ਪਰਮਾਤਮਾ ਖੁਦ ਹੀ ਆਪਣੀ ਨਦਰ ਜਦੋਂ ਕਰਦਾ ਇਨਸਾਨ ਦਾ ਭਗਵਾਨ ਦੇ ਨਾਲ ਮਿਲਾਪ ਹੋ ਜਾਂਦਾ ਹੈ। ਫਿਰ ਉਚੜੀਐ ਮਾੜੜੀਐ ਤੇਹੋ ਲੋਆ ਸਿਰ ਤਾਜਾ RAM। ਤੇ ਜਿਹੜਾ ਵੀ ਉਸ ਉੱਚੇ ਪਿਰ ਦੀ ਪ੍ਰਾਪਤੀ ਕਰਦਾ ਹੈ ਉਹਦੇ ਸਿਰ ਦੇ ਉੱਤੇ ਦਰਗਾਹੀ ਮਾਣ ਹਾਸਲ ਹੁੰਦਾ ਹੈ। ਹਉ ਬਿਸਮ ਭਾਈ ਦੇਖ ਗੁਣਾ
ਅਨਹਦ ਸ਼ਬਦ ਅਗਾਜਾ ਰਾਮ। ਪਰਮਾਤਮਾ ਦੇ ਗੁਣ ਵੇਖ ਕਰਕੇ ਸਤਿਗੁਰੂ ਕਹਿੰਦੇ ਮੈਂ ਬਿਸਮ ਹੋ ਜਾਂਦਾ, ਅਚਰਜ ਵਿੱਚ ਚਲਿਆ ਜਾਂਦਾ। ਸ਼ਬਦ ਵਿਚਾਰੀ ਕਰਨੀ ਸਾਰੀ RAM ਨਾਮ ਨੀਸਾਨੋ। ਸਤਿਗੁਰੂ ਕਹਿੰਦੇ ਸ਼ਬਦ ਦੀ ਵਿਚਾਰ ਦੇ ਨਾਲ ਹੀ ਪਤਾ ਲੱਗਦਾ ਹੈ ਕਿ ਪ੍ਰਮਾਤਮਾ ਦੇ ਨਾਮ ਨੇ ਹੀ ਪ੍ਰਮਾਤਮਾ ਤੱਕ ਪਹੁੰਚਾਉਣਾ ਹੈ। ਨਾਮ ਬਿਨਾ ਖੋਟੇ ਨਹੀਂ ਠਾਹਰ ਨਾਮ ਰਤਨ ਪਰਵਾਣੋ। ਤੇ ਨਾਮ ਤੋਂ ਬਿਨਾ ਦੁਨੀਆ ਦੇ ਤਖਤੇ ਤੇ ਹਰ ਇੱਕ ਵਿਅਕਤੀ ਖੋਟਾ ਹੈ। ਜਦੋਂ ਤੱਕ ਨਾਮ ਨਹੀਂ ਮਿਲਦਾ ਦਰਗਾਹ ਵਿੱਚ ਕੋਈ ਪ੍ਰਵਾਨ ਨਹੀਂ ਹੋ ਸਕਦਾ। ਪਤ ਮਤ ਪੂਰੀ ਪੂਰਾ ਪਰਵਾਨਾ ਨਾ ਆਵੇ ਨਾ ਜਾਸੀ। ਤੇ ਜਿਹੜਾ ਪੂਰੇ ਵਾਹਿਗੁਰੂ ਨੂੰ ਧਿਆ ਕੇ ਦਰਗਾਹ ਵਿੱਚ ਪ੍ਰਵਾਨ ਹੋ ਜਾਵੇ ਉਹਨੂੰ ਮੁੜ ਮੁੜ ਫਿਰ ਜਨਮ ਮਰਨ ਦੇ ਗੇੜ ਵਿੱਚ ਉਲਝਣਾ ਨਹੀਂ ਪੈਂਦਾ। ਨਾਨਕ ਗੁਰਮੁਖ ਆਪ ਪਛਾਣੈ ਪ੍ਰਭ ਜੈਸੇ ਅਵਿਨਾਸੀ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਕਿ ਜਿਹੜਾ ਗੁਰੂ ਵੱਲ ਮੁਖ ਕਰਦਾ ਹੈ ਤੇ ਆਪਣੇ ਆਪ ਨੂੰ ਪਛਾਣਦਾ ਹੈ, ਉਹੀ ਰੱਬ ਨੂੰ ਪਛਾਣ ਸਕਦਾ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਜਿਹੜਾ ਮੂਲ ਪਛਾਣੇ ਉਹੀ ਰੱਬ ਦੀ ਜੋਤ ਨੂੰ ਪਛਾਣਦਾ ਹੈ। ਬਾਣੀ ਦੇ ਵਿਚਾਰ, ਬਾਣੀ ਦੇ ਅਰਥ ਅਗਾਧ ਬੋਧ ਨੇ। ਰਹਿੰਦੇ ਸਮੇਂ ਵਿੱਚ ਕੇਵਲ ਅਰਥ ਆਪ ਜੀ ਨਾਲ ਸਾਂਝ ਕਰਨ ਦਾ ਯਤਨ ਕੀਤਾ ਹੈ। ਵਿਚਾਰ ਕਰਦਿਆਂ ਨੇਕਾਂ ਭੁੱਲਾਂ ਹੋਈਆਂ ਆਪ ਜੀ ਨੇ ਬਖਸ਼ ਦੇਣਾ। ਪਾਵਨ ਮੁਖਵਾਕ ਦੀ ਵਿਚਾਰ ਇੱਥੇ ਸੰਪੂਰਨ ਹੁੰਦੀ ਹੈ। ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ, ਧੰਨ ਗੁਰੂ ਰਾਮਦਾਸ ਜੀ ਦਾ, ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਆਪ ਸਭ ਸੰਗਤ ਦਾ ਕੋਟਾਨ ਕੋਟ ਧੰਨਵਾਦ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ। ਹੋਈਆਂ तमाम ਭੁੱਲਾਂ ਦੀ ਖਿਮਾ। ਸਤਿਗੁਰੂ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬੇਅੰਤ ਬੇਅੰਤ ਵਧਾਈਆਂ। ਅਖੀਰਲੀਆਂ ਪੰਕਤੀਆਂ ਸਰਵਣ ਕਰਕੇ ਖਿਮਾ ਦੇ ਜਾਚਕ ਹੋਈਏ ਜੀ। ਪਤ ਮਤ ਪੂਰੀ ਪੂਰਾ ਪਰਵਾਨਾ ਨਾ ਆਵੇ ਨਾ ਜਾਸੀ। ਨਾਨਕ ਗੁਰਮੁਖ ਆਪ ਪਛਾਣੈ ਪ੍ਰਭ ਜੈਸੇ ਅਵਿਨਾਸੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।